ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਸਾਰੇ ਗੁਰੂ ਸਵਾਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਹਰ ਸੋਮਵਾਰ ਨੂੰ ਅਸੀਂ ਆਪ ਜੀ ਵੱਲੋਂ ਪੁੱਛੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਜੋ ਸਵਾਲ ਆਪ ਜਿਸ ਹਫ਼ਤੇ ਵਿੱਚ ਭੇਜਦੇ ਹੋ ਉਹਨਾਂ ਨੂੰ ਵਿਚਾਰ ਕਰਕੇ ਉਹਨਾਂ ਦੇ ਉੱਤਰ ਤਿਆਰ ਕਰਕੇ ਜਵਾਬ ਤਿਆਰ ਕਰਕੇ ਪੈਨਲ ਮੈਂਬਰਸ ਬੜੀ ਮਿਹਨਤ ਨਾਲ ਕੰਮ ਕਰਦੇ ਹਨ। ਇਹਨਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਔਰ ਪੰਥ ਦੇ ਵਿਦਵਾਨਾਂ ਵੱਲੋਂ ਤਿਆਰ ਕੀਤਾ ਹੋਇਆ ਜੋ ਲਿਟਰੇਚਰ ਹੈ, ਗੁਰੂ ਗ੍ਰੰਥ ਸਾਹਿਬ ਜੀ ਦਰਪਣ ਤੇ ਹੋਰ ਦਰਪਣਾ ਹੋਰ ਸਤੀਕ ਜਿਹੜੇ ਹਨ ਉਹਨਾਂ ਨੂੰ ਵੀ ਦੇਖਿਆ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਸਿੰਘ ਜੀ ਦੀਆਂ ਲਿਖਤਾਂ, ਇਹ ਸਾਡੇ ਸਵਾਲਾਂ ਦੇ ਜਵਾਬ ਜੋ ਅਸੀਂ ਦਿੰਦੇ ਹਾਂ ਉਹਦਾ ਆਧਾਰ ਹੁੰਦਾ ਹੈ। ਫਿਰ ਵੀ ਹਰ ਵਾਰੀ ਬੇਨਤੀ ਕਰੀਦੀ ਹੈ ਕਿ ਸਾਰੇ ਸਿੱਖਿਆਰਥੀ ਆ ਤੇ ਸਾਰੇ ਸਿੱਖਿਆਰਥੀ ਹੋਣ ਦੇ ਨਾਤੇ ਜ਼ਰੂਰੀ ਨਹੀਂ ਹੈ ਕਿ ਸਾਡੇ ਵੱਲੋਂ ਦਿੱਤੇ ਹੋਏ ਉੱਤਰ ਸਾਰਿਆਂ ਦੀ ਤਸੱਲੀ ਹੋ ਜਾਏ। ਇਸ ਵਾਸਤੇ ਬੇਨਤੀ ਕਰੀਦੀ ਹੈ ਕਿ ਆਪ ਜੀ ਉਹ ਸਵਾਲ ਦੁਬਾਰਾ ਭੇਜ ਸਕਦੇ ਹੋ ਜਾਂ ਉਹਦੇ ਬਾਰੇ ਹੋਰ ਡਿਟੇਲ ਭੇਜ ਸਕਦੇ ਹੋ, ਵੇਰਵਾ ਭੇਜ ਸਕਦੇ ਹੋ, ਤਦ ਕਿ ਹੋਰ ਵਿਚਾਰਾਂ ਕਰਕੇ ਅਸੀਂ ਆਪੋ ਵਿੱਚ ਸਹਿਮਤੀ ਬਣਾ ਸਕੀਏ। ਅੱਜ ਦਾ ਇਹ ਸੈਸ਼ਨ ਚਲਾਉਂਦੇ ਹਨ ਵੀਰ ਜੀ ਰਾਜਾ ਸਿੰਘ ਜੀ, ਜੋ ਸਾਡੇ ਸੀਨੀਅਰ ਮਿਸ਼ਨਰੀ ਵੀਰ ਹਨ, ਜਿਨ੍ਹਾਂ ਪਾਸੋਂ ਅਸੀਂ ਵੀ ਗੁਰਮਤਿ ਦੀ ਪੜ੍ਹਾਈ ਕਰਦੇ ਰਹੇ ਹਾਂ। ਉਹ ਸੈਸ਼ਨ ਆਪ ਜੀ ਦੇ ਸ਼ੁਰੂ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਵੀਰ ਰਾਜਾ ਸਿੰਘ ਜੀ ਨੂੰ ਕਿ ਅੱਜ ਦੇ ਸੈਸ਼ਨ ਦੀ ਰਚਨਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਸੈਸ਼ਨ 'ਚ ਬਹੁਤ ਬਹੁਤ ਸਵਾਗਤ ਹੈ ਜੀ। ਤੋ ਸਵਾਲ ਜਵਾਬ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜੋ ਪੈਨਲ ਮੈਂਬਰਸ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਸੰਗਤ ਨਾਲ ਸਾਂਝ ਪਾਉਣਗੇ ਜੀ। ਸਭ ਤੋਂ ਪਹਿਲੇ ਸਾਥ ਤੇਜਿੰਦਰ ਸਿੰਘ ਜੀ, ਅੱਜ ਤੇ ਥੋੜਾ ਖਤਰਾ ਸੀ ਵੀ ਉੱਥੇ ਕਿਉਂਕਿ ਅੱਧੀ ਰਾਤ ਆਸਟ੍ਰੇਲੀਆ 'ਚ, ਤੇ ਪਰ ਆਪਨੇ ਦਰਸ਼ਨ ਦਿੱਤੇ, ਧੰਨਵਾਦ ਆਪ ਜੀ ਦਾ। ਤੋ ਸੰਗਤ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਐਮਪੀ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹ ਹਰਜੀਤ ਸਿੰਘ ਜੀ ਨੇ ਪਹਿਲਾਂ ਆਪ ਜੀ ਨੂੰ ਫਤਿਹ ਸਾਂਝੀ ਕੀਤੀ ਹੈ। ਤੋ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਤੇ ਸਾਹ ਜਗੀਰ ਸਿੰਘ ਜੀ ਅਜੇ ਜੁਆਇਨ ਨਹੀਂ ਕੀਤੇ, ਤੋ ਜੁਆਇਨ ਕਰ ਲੈਣਗੇ। ਆਪਾਂ ਸਮਾਂ ਜਿਹੜਾ ਹੈ ਉਹਨੂੰ ਅੱਗੇ ਚਲਾਉਂਦੇ ਆ, ਸ਼ੁਰੂ ਕਰ ਲੈਣੇ ਆ ਜੀ। ਤੋ ਸਾਧ ਸੰਗਤ ਜਗੀਰ ਸਿੰਘ ਜੀ ਨੇ ਤਾਂ ਜੁਆਇਨ ਕਰ ਲਿਆ ਹੋਇਆ ਜੀ। ਕਰ ਲਿਆ ਜੀ, ਅੱਛਾ ਜੀ। ਤੇ ਪ੍ਰਿੰਸੀਪਲ ਸਾਹਿਬ ਬੇਨਤੀ ਆ ਵੀ ਤੁਸੀਂ ਸੰਗਤ ਨਾਲ ਫਤਿਹ ਸਾਂਝੀ ਕਰ ਲਓ ਜੀ। ਪ੍ਰਿੰਸੀਪਲ ਜਗੀਰ ਸਿੰਘ ਜੀ ਨੂੰ ਕਿਹਾ ਅਨਮਿਊਟ ਕਰਨ ਵਾਸਤੇ। ਪ੍ਰਿੰਸੀਪਲ ਸਾਹਿਬ ਵੀ ਆ ਗਏ। ਸੰਗਤ ਨਾਲ ਜੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੋ ਆਓ ਸਾਧ ਸੰਗਤ ਜੀ, ਆਪਾਂ ਜਿਹੜੇ ਆਪ ਜੀ ਵੱਲੋਂ ਆਏ ਸਵਾਲ ਨੇ ਉਹਨਾਂ ਵੱਲ ਚੱਲਦੇ ਹਾਂ ਜੀ। ਵੱਖ-ਵੱਖ ਵਿਸ਼ਿਆਂ ਦੇ ਸਵਾਲ ਨੇ। ਤੋ ਇੱਕ ਸਵਾਲ ਜਿਹੜਾ ਪਹਿਲਾਂ ਆਪਾਂ ਲੈਣ ਲੱਗੇ ਹਾਂ, ਇਹ ਸਾ ਗੁਰਦਿਆਲ ਸਿੰਘ ਨੇ ਬਰੈਂਪਟਨ ਕੈਨੇਡਾ ਤੋਂ। ਉਹਨਾਂ ਨੇ ਇਹ ਸਵਾਲ ਕੀਤਾ ਹੈ ਕਿ ਗੁਰਬਾਣੀ ਚ ਆਉਂਦਾ ਜਿਸ ਤਰ੍ਹਾਂ ਵੀ ਪੰਜ ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਦਾ ਇਹ ਸਾਡਾ ਸਰੀਰ ਹੈ। ਤੇ ਉਹਦੇ ਚੋਂ ਕਹਿੰਦੇ ਨੇ ਅੱਗ, ਪਾਣੀ, ਮਿੱਟੀ, ਹਵਾ। ਜਿਹੜਾ ਪੰਜਵਾਂ ਤੱਤ ਆਕਾਸ਼ ਹੈ, ਇਹ ਕਹਿੰਦੇ ਵੀ ਇਹ ਆਕਾਸ਼ ਜਿਹੜਾ ਹੈ ਇਹ ਤੱਤ ਕੀ ਹੋਇਆ ਜਾਂ ਕੀ ਸਥਾਨ ਹੈ, ਇਹ ਉਹਨਾਂ ਦਾ ਸਵਾਲ ਹੈ। ਤੇ ਇਹਦੇ ਲਈ ਮੈਂ ਬੇਨਤੀ ਕਰਨ ਲੱਗਾ ਸਾਥ ਤੇਜਿੰਦਰ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਦੱਸੋ ਵੀ ਜਿਹੜੇ ਪੰਜ ਤੱਤ ਨੇ, ਚਾਰ ਤੱਤ ਤਾਂ ਸਮਝ ਆਮ ਆ ਜਾਂਦੇ ਨੇ, ਪਾਣੀ, ਮਿੱਟੀ, ਹਵਾ ਤੇ ਅੱਗ, ਪਰ
ਆਕਾਸ਼ ਜਿਹੜਾ ਹੈ ਇਹ ਥੋੜਾ ਕਨਫਿਊਜ਼ਿੰਗ ਲੱਗਦਾ ਹੈ। ਅੱਗੇ ਵੀ ਇਸ ਤਰ੍ਹਾਂ ਦੇ ਕਈ ਵਾਰੀ ਗੱਲਬਾਤ ਚੱਲਦੀ ਹੈ। तो गुरदयाल सिंह ਦਾ ਸਵਾਲ ਆਇਆ ਹੈ, ਆਪ ਜੀ ਕਿਰਪਾ ਕਰਕੇ ਥੋੜਾ ਸਾਨੂੰ ਇਹਦੇ ਬਾਰੇ ਚਾਨਣਾ ਪਾਓ। ਸਰਦਾਰ ਗੁਰਦਿਆਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜੋ ਸਵਾਲ ਕੀਤਾ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ ਤੇ ਸਾਨੂੰ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਸਰੀਰ ਦਾ ਔਰ ਸੰਸਾਰ ਦਾ ਆਰੰਭ ਹੈ ਉਹ ਕਿਵੇਂ ਹੋਇਆ ਹੈ। ਤੋ ਜਦੋਂ ਅਸੀਂ ਇਸ ਨੂੰ ਥੋੜਾ ਡਿਟੇਲ ਨਾਲ ਗੁਰਬਾਣੀ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਡੇ ਸਾਰੇ ਸਵਾਲ ਤੇ ਸਵਾਲਾਂ ਦੇ ਜਵਾਬ ਸਾਰੇ ਜਿਹੜੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਮਿਲਦੇ ਹਨ। ਜਾਂ ਜਿਹੜੇ ਉਸ ਵੇਲੇ ਦੇ ਗੁਰਸਿੱਖ ਹੋਏ ਹਨ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ ਜੀ, ਉਹਨਾਂ ਨੇ ਜੋ ਰਚਨਾਵਾਂ ਕੀਤੀਆਂ ਹਨ ਜਾਂ ਇਤਿਹਾਸਕ ਹਵਾਲਿਆਂ ਤੋਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਸਾਨੂੰ ਇਹਦਾ ਕੀ ਜਵਾਬ ਮਿਲਦਾ ਹੈ। ਤੋ ਸਭ ਤੋਂ ਪਹਿਲਾਂ ਤਾਂ ਅਸੀਂ ਜਾਣੀਏ ਕਿ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਜਿਆ, ਔਰ ਉਸ ਸਾਜਣ ਤੋਂ ਪਹਿਲਾਂ ਜੋ ਗੁਰਬਾਣੀ ਸਾਨੂੰ ਅਗਵਾਈ ਦਿੰਦੀ ਹੈ ਕਿ ਅਰਬਦ ਨਰਬਦ ਧੁੰਦੂਕਾਰਾ ਮਾਰੂ ਮਹਿਲਾ ਪਹਿਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 1035 ਦੇ ਉੱਪਰ ਇਹ ਦਰਜ ਹੈ, ਧਰਨ ਨਾ ਗਗਨਾ ਹੁਕਮ ਅਪਾਰਾ। ਤੋ ਇਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੁਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਜਿਸ ਦੀ ਗਿਣਤੀ ਦੇ ਵਾਸਤੇ ਅਰਬਦ ਨਰਬਦ ਲਫ਼ਜ਼ ਵੀ ਨਹੀਂ ਵਰਤੇ ਜਾ ਸਕਦੇ। ਅਰਬਦ ਦਾ ਮਤਲਬ 10 ਕਰੋੜ ਸਾਲ, ਤੇ ਜਦੋਂ ਅਰਬਦ ਤੋਂ ਬਾਅਦ ਨਾ ਅਰਬਦ ਨਰਬਦ ਕਿਹਾ ਜਾਂਦਾ ਤਾਂ ਇਹ ਕਿਹਾ ਜਾਂਦਾ ਵੀ ਇਹ ਵੀ ਲਫ਼ਜ਼ ਜਿਹੜੇ ਹਨ ਉਹ ਅਪੂਰਨ ਹਨ, ਇਹ ਇੰਨੇ ਸਾਲ ਨਹੀਂ ਹੋ ਸਕਦੇ, ਇਸ ਤੋਂ ਕਿਤੇ ਜ਼ਿਆਦਾ ਜਿਹੜੇ ਹਨ। ਔਰ ਗੁਰਬਾਣੀ ਦੇ ਵਿੱਚ 36 ਯੁੱਗ ਗੁਬਾਰ ਦੀ ਵੀ ਗੱਲ ਕਹੀ ਹੈ ਕਿ ਧੁੰਦੂਕਾਰਾ ਔਰ ਗੁਬਾਰ ਇੱਕੋ ਗੱਲ ਹੈ। ਉਸ ਵਕਤ ਨਾ ਇਸ ਧਰਤੀ ਸੀ ਤੇ ਨਾ ਹੀ ਆਕਾਸ਼ ਸੀ, ਲੇਕਿਨ ਉਹ ਪ੍ਰਭੂ ਦਾ ਹੁਕਮ ਜਿਹੜਾ ਹੈ ਉਹ ਵਰਤ ਰਿਹਾ ਸੀਗਾ ਸੰਸਾਰ ਦੇ ਅੰਦਰ। ਸੋ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੇ ਧਰਤੀ ਨਹੀਂ ਹੈ, ਆਕਾਸ਼ ਨਹੀਂ ਹੈ, ਤੇ ਨਾ ਦਿਨ ਸੀ, ਨਾ ਰਾਤ ਸੀ, ਤੇ ਨਾ ਚੰਦ ਸੀ, ਨਾ ਸੂਰਜ ਸੀ। ਕੇਵਲ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਆਪਣੀ ਸੁਨ ਅਵਸਥਾ ਦੇ ਵਿੱਚ, ਜਿਸ ਅਵਸਥਾ ਵਿੱਚ ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਨਾ ਪੈਦਾਸ਼ ਕਰਨ ਦੇ ਖਾਣੀਆਂ ਦਾ ਤਰੀਕੇ ਸਨ, ਨਾ ਬਾਣੀਆਂ ਬੋਲਣ ਦਾ ਤਰੀਕੇ ਸਨ, ਬਣਾਵਟ ਸੀ ਕਿਸੇ ਤਰ੍ਹਾਂ ਦੀ ਸੰਸਾਰ ਦੀ, ਔਰ ਨਾ ਪਾਉਣ ਸੀ ਤੇ ਨਾ ਪਾਣੀ ਸੀ। ਓਪਤ ਖੋਪਤ ਅਵਨ ਆਵਨ ਜਾਣੀਆਂ, ਪੈਦਾਸ਼ ਔਰ ਖਾਪਤ ਦੇ ਜੰਮਣ ਮਰਨ ਦਾ ਵੀ ਇੱਥੇ ਕੋਈ ਸਿਲਸਿਲਾ ਨਹੀਂ ਸੀ। ਨਾ ਖੰਡ ਸਨ ਧਰਤੀ ਦੇ 9 ਖੰਡ ਸਨ, ਨਾ ਪਤਾਲ ਸੀ, ਤੇ ਨਾ ਹੀ ਕੋਈ ਸਾਗਰ ਔਰ ਨਾ ਹੀ ਨਦੀਆਂ ਦੇ ਜਿਹੜੇ ਹਨ ਪਾਣੀ ਵਗਦੇ ਸਨ। ਤੋ ਇੱਥੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਸਾਰੀ ਸ੍ਰਿਸ਼ਟੀ ਦੇ ਜਿਹੜੇ ਰਚਨਹਾਰ ਹਨ ਔਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹਨ। ਤੋ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਫਿਰ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਕਿੰਨਾ ਤੱਤਾਂ ਨਾਲ ਕਿਸ ਤਰੀਕੇ ਨਾਲ ਹੋਈ। ਤੋ ਇਸ ਤੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਮਨੁੱਖ ਦੇ ਸਰੀਰ 5 ਤੱਤਾਂ ਪਾਣੀ, ਅਗਨੀ, ਮਿੱਟੀ, ਹਵਾ ਤੇ ਆਕਾਸ਼ ਦਾ ਬਣਿਆ ਹੋਇਆ ਹੈ। ਇਹ ਗਿਆਨੀ ਦਿੱਤ ਸਿੰਘ ਜੀ ਨੇ ਜਿਹੜੀ ਬਹਿਸ ਸਵਾਮੀ ਦਇਆਨੰਦ ਜੀ ਦੇ ਨਾਲ ਕੀਤੀ ਹੈ ਔਰ ਜਿਸ ਨੂੰ ਸਿੱਖ ਮਿਸ਼ਨਰੀ ਕਾਲਜ ਨੇ ਛਾਪਿਆ ਹੈ, ਔਰ ਸਾਰੇ ਜਗਤ ਵਿੱਚ ਇਹ ਵਾਰਤਾ ਪ੍ਰਸਿੱਧ ਹੈ ਕਿ ਕਿੰਨੇ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਸਨ, ਜਿਨ੍ਹਾਂ ਨੂੰ ਕਿ ਅਸੀਂ ਪੰਥ ਰਤਨ ਵੀ ਕਹਿੰਦੇ ਹਾਂ। ਉਹਨਾਂ ਦੀਆਂ ਬੇਅੰਤ ਰਚਨਾਵਾਂ ਮਿਲਦੀਆਂ ਹਨ ਜਿਹਦੇ ਅੰਦਰ ਜਿਹੜਾ ਹੈ ਬਹੁਤ ਡੂੰਘਾ ਅਧਿਐਨ ਸਾਨੂੰ ਮਿਲਦਾ ਹੈ। ਤੋ ਉਹਨਾਂ ਦੇ ਵਿੱਚ ਵੀ ਜਦੋਂ ਬਹਿਸ ਦੀ ਅਸੀਂ ਵਿਚਾਰ ਕਰਦੇ ਹਾਂ ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਮਨੁੱਖ ਦੇ ਸਰੀਰ 5 ਤੱਤਾਂ ਪਾਣੀ, ਅਗਨੀ, ਮਿੱਟੀ, ਹਵਾ ਤੇ ਆਕਾਸ਼ ਦਾ ਬਣਿਆ ਹੋਇਆ ਹੈ। ਹਰ ਇੱਕ ਤੱਤ ਉਸ ਦੀ ਵਰਤੋਂ ਅਨੁਸਾਰ ਗੁਣਾ ਜਾਂ ਉਸ ਦੇ ਦੋਸ਼ ਪ੍ਰਗਟ ਕਰਦਾ ਹੈ। ਇਹ ਹਨ ਪਾਣੀ ਤੋਂ ਰਸ, ਅਗਨੀ ਤੋਂ ਰੂਪ, ਮਿੱਟੀ ਤੋਂ ਗੰਧ, ਹਵਾ ਤੋਂ ਸਪਰਸ਼ ਛੋਹ ਅਤੇ ਆਕਾਸ਼ ਤੋਂ ਸ਼ਬਦ। ਸੋ ਇਹ 5 ਜਿਹੜੇ ਤੱਤ ਹਨ ਇਹਨਾਂ ਦੇ ਜਿਹੜੇ ਹਨ ਗੁਣ ਸਾਨੂੰ ਪਤਾ ਲੱਗਦੇ ਹਨ। ਇਹੋ ਜਿਹੜੇ ਗੁਣ ਹਨ ਇਹ ਜਿਹੜੀਆਂ ਹੋਰ ਪਸ਼ੂ ਜਾਂ ਪੰਛੀ ਹਨ ਉਹਨਾਂ ਅੰਦਰ ਵੀ ਇਹ ਮਿਲਦੇ ਹਨ। ਤੇ ਇਹ ਬੇਸਿਕ ਐਲੀਮੈਂਟਸ 5 ਐਲੀਮੈਂਟਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ 5 ਐਲੀਮੈਂਟਸ ਹਨ। ਸੋ ਉਸ ਬਹਿਸ ਦੌਰਾਨ ਵੀ ਜੋ ਵਿੱਚੋਂ ਵਿਚਾਰ ਨਿਕਲਦਾ ਹੈ ਕਿ ਇਹ ਸੰਸਾਰ ਦੀ ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ,
ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ। ਜਦੋਂ ਆਪਣੇ ਆਪ ਨੂੰ ਜਿਵੇਂ ਅਸੀਂ ਮੂਲ ਮੰਤਰ ਵਿੱਚ ਵੀ ਪੜ੍ਹਦੇ ਹਾਂ ਕਿ ਉਹ ਪਰਮਾਤਮਾ ਨੇ ਆਪਣੇ ਆਪ ਨੂੰ ਜਿਹੜਾ ਹੈ ਪੈਦਾ ਕੀਤਾ, ਸਵੈਭੰ ਆਪਣੇ ਆਪ ਤੋਂ ਪ੍ਰਗਟ ਕੀਤਾ, 36 ਜੋ ਗੁਬਾਰ ਜਾਂ ਬੇਅੰਤ ਯੁੱਗ ਜਿਹੜੇ ਗੁਬਾਰਦੇ ਸਨ। ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਹੋਂਦ ਵਿੱਚ ਲਿਆਂਦਾ, ਇੰਡੀਵਿਜੂਅਲਾਈਜੇਸ਼ਨ ਜਦੋਂ ਕੀਤੀ ਉਹਨਾਂ ਨੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਕੀਤਾ ਬਸਾਓ ਏਕੋ ਕੁਆਓ ਤਿਸ ਤੇ ਹੋਏ ਲੱਖ ਦਰਿਆਓ। ਉਹ ਜੋ ਹੁਕਮ ਦੇ ਨਾਲ ਸਾਰੀ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ, ਉਸ ਦੇ ਵਿੱਚ ਹੀ ਜਿਹੜੀ ਚੀਜ਼ ਪ੍ਰਗਟ ਕੀਤੀ ਉਹ ਕੁਦਰਤ ਸੀ। ਤੇ ਕੁਦਰਤ ਦੇ ਪ੍ਰਗਟ ਕਰਨ ਦੇ ਨਾਲ ਹੀ ਇਹ ਪੰਜ ਤੱਤ ਜਿਹੜੇ ਹਨ ਉਹ ਹੋਂਦ ਵਿੱਚ ਆਏ। ਜਿਵੇਂ ਅਸੀਂ ਇਹ ਗੱਲ ਕੀਤੀ ਹੈ ਕਿ ਪੰਜ ਤੱਤ ਜਿਵੇਂ ਮਿੱਟੀ ਹੈ, ਧਰਤੀ ਹੈ, ਆਕਾਸ਼, ਹਵਾ ਹੈ, ਪਾਣੀ ਹੈ, ਅਗਨੀ ਹੈ, ਤਾਂ ਇਹ ਸਾਰਿਆਂ ਨੂੰ ਮਿਲਾ ਕਰਕੇ ਪਰਮਾਤਮਾ ਨੇ ਸ੍ਰਿਸ਼ਟੀ ਦੀ ਮਨੁੱਖ, ਐਗਰੀਕਲਚਰ, ਬਨਸਪਤੀ ਵਗੈਰਾ, ਪਹਾੜ, ਨਦੀਆਂ, ਸਭ ਚੀਜ਼ਾਂ ਜਿਹੜੀਆਂ ਹਨ ਉਹ ਪ੍ਰਗਟ ਕੀਤੀਆਂ ਹਨ। ਤਾਂ ਜਿਵੇਂ ਵੀਰ ਜੀ ਨੇ ਸਵਾਲ ਕੀਤਾ ਹੈ ਕਿ ਬਾਕੀ ਤੱਤ ਦੇ ਸਮਝ ਆਉਂਦੇ ਹਨ, ਲੇਕਿਨ ਇਹ ਜੋ ਤੱਤ ਹੈ ਜਿਸ ਨੂੰ ਆਕਾਸ਼ ਕਹਿੰਦੇ ਆ ਉਹ ਸਮਝ ਨਹੀਂ ਆਉਂਦਾ। ਤੇ ਇਸ ਨੂੰ ਅਸੀਂ ਸਮਝਣ ਦਾ ਇਹ ਤਰੀਕਾ ਹੈਗਾ ਕਿ ਅਸੀਂ ਦਾਲ, ਸਬਜ਼ੀ, ਰੋਟੀ, ਹੋਰ ਚੀਜ਼ਾਂ ਜਿਹੜੀਆਂ ਲੈਂਦੇ ਹਾਂ, ਉਹਨਾਂ ਨੂੰ ਪਕਾਉਣ ਵਾਸਤੇ ਸਾਨੂੰ ਬਰਤਨ ਦੀ ਲੋੜ ਹੁੰਦੀ ਹੈ। ਤੋ ਇਹ ਜਿਹੜੇ ਸਾਰੇ ਤੱਤ ਜਿਹੜੇ ਹਨ ਇਹ ਉਸ ਆਕਾਸ਼ ਰੂਪੀ ਤੱਤ ਦੇ ਵਿੱਚ, ਆਕਾਸ਼ ਮਤਲਬ ਸਪੇਸ, ਜਿਵੇਂ ਅਸੀਂ ਹੁਣੇ ਇੱਥੇ ਵਿਚਾਰ ਕੀਤਾ ਹੈ ਕਿ ਆਕਾਸ਼ ਤੋਂ ਸਾਨੂੰ ਸ਼ਬਦ ਮਿਲਦਾ ਹੈ। ਅਗਰ ਸਪੇਸ ਨਹੀਂ ਹੈ ਤਾਂ ਅਸੀਂ ਕਮਿਊਨੀਕੇਟ ਨਹੀਂ ਕਰ ਸਕਦੇ, ਅਸੀਂ ਆਪਣੀ ਗੱਲ ਕਿਸੇ ਨੂੰ ਅੱਗੇ ਸੁਣਾ ਨਹੀਂ ਸਕਦੇ, ਕਿਉਂਕਿ ਹਵਾ ਨਹੀਂ ਹੈ। ਤੇ ਹਵਾ ਹੈ ਤੇ ਸਾਡੀ ਗੱਲ ਇੱਕ ਦੂਜੇ ਤੋਂ ਦੂਜੀ ਜਗ੍ਹਾ ਤੇ ਪਹੁੰਚਦੀ ਹੈ। ਤੇ ਜੇ ਕਿਸੇ ਜਗ੍ਹਾ ਤੋਂ ਹਵਾ ਗਾਇਬ ਕਰ ਦਿੱਤੀ ਜਾਏ ਤੇ ਸਾਡਾ ਮੂੰਹ ਹਿਲਦਾ ਹੀ ਨਜ਼ਰ ਆਏਗਾ, ਸਾਡੀ ਜਿਹੜੀ ਗੱਲ ਹੈ ਉਹ ਤੱਕ ਕਮਿਊਨੀਕੇਟ ਨਹੀਂ ਹੋਏਗੀ। ਤੋ ਇਹ ਜੋ ਆਕਾਸ਼ ਹੈ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਇਸ ਦੇ ਅੰਦਰ ਹੀ ਗੈਲੈਕਸੀਜ਼ ਹਨ, ਇਹਦੇ ਅੰਦਰ ਹੀ ਸਾਰੀਆਂ ਸੈਲੈਸਟੀਅਲ ਬਾਡੀਜ਼ ਹਨ, ਔਰ ਇਸ ਦੇ ਅੰਦਰ ਹੀ ਜਿਹੜਾ ਹੈ ਵਾਤਾਵਰਣ ਹੈ। ਹੁਣ ਵਾਤਾਵਰਣ ਜਦੋਂ ਅਸੀਂ ਦੇਖਦੇ ਹਾਂ ਵੀ ਸਵਾਲ ਇਹ ਪੈਦਾ ਹੁੰਦਾ ਹੈ ਵੀ ਇਹਦੀ ਜ਼ਰੂਰਤ ਕੀ ਹੈ। ਇਹ ਜਿਹੜੇ ਹਨ, ਮੈਂ ਇੱਕ ਗੱਲ ਹੋਰ ਦੱਸ ਦਿਆਂ ਕਿ ਇਹ ਜੋ ਪੰਜ ਤੱਤ ਹਨ, ਜਿਹੜੇ ਇਸਲਾਮੀ ਔਰ ਪੱਛਮ ਜਿਹੜੇ ਦੇਸ਼ ਹਨ, ਉਹਨਾਂ ਦਾ ਜਿਹੜਾ ਸਾਹਿਤ ਹੈ, ਉਹਨਾਂ ਦੇ ਜਿਹੜੇ ਧਰਮ ਹਨ, ਭਾਵ ਕ੍ਰਿਸਚੀਅਨਟੀ ਔਰ ਜਿਹੜੇ ਇਸਲਾਮਿਕ ਧਰਮ ਹਨ, ਇਸਲਾਮ ਧਰਮ ਹੈ, ਇਹ ਚਾਰ ਤੱਤ ਹੀ ਮੰਨਦੇ ਹਨ, ਇਹ ਆਕਾਸ਼ ਤੱਤ ਨੂੰ ਨਹੀਂ ਮੰਨਦੇ। ਲੇਕਿਨ ਜਦੋਂ ਅਸੀਂ ਇਹਦੀ ਵਿਚਾਰ ਕੁਝ ਹੋਰ ਵੀ ਮੈਂ ਆਪ ਜੀ ਨਾਲ ਵਿਚਾਰ ਕਰਨਾ ਚਾਹਨਾ ਕਿ ਗੁਰਬਾਣੀ ਦੇ ਅੰਦਰ ਹੋਰ ਥਾਵੀਂ ਕਬੀਰ ਸਾਹਿਬ ਨੇ ਵੀ, ਬਾਕੀ ਗੁਰੂ ਸਾਹਿਬਾਨ ਨੇ ਵੀ ਇਸ ਬਾਰੇ ਆਪਣੇ ਵਿਚਾਰ ਦਿੱਤੇ ਹਨ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ, ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਉ ਜੇ ਬਹੁਰ ਨਾ ਆਵੋ। ਇਹ ਸ਼ਬਦ ਵੀ ਦੱਸੇ ਹਨ। ਫਿਰ ਉਹਨਾਂ ਨੇ ਇਸ ਜਿਹੜੇ ਗੁਣ ਹਨ ਇਹਨਾਂ ਦੇ ਨਾਲ ਆਪਣੇ ਜੀਵਨ ਨੂੰ ਵੀ ਜਿਹੜਾ ਹੈ ਉਸ ਨਾਲ ਮਿਲਾ ਕਰਕੇ ਸਾਨੂੰ ਦੱਸੇ ਹਨ। ਇਹ ਕਾਫੀ ਪ੍ਰਮਾਣ ਹਨ, ਲੇਕਿਨ ਇਹਨਾਂ ਦੇ ਬਾਰੇ ਵਿੱਚ ਡਿਟੇਲ ਵਿੱਚ ਮੈਂ ਨਹੀਂ ਜਾਵਾਂਗਾ। ਲੇਕਿਨ ਇਹਦੇ 'ਚ ਅਸੀਂ ਤੋਂ ਐਟਮੋਸਫੀਅਰ ਦੀ ਗੱਲ ਕਰਦੇ ਹਾਂ, ਕਿਉਂਕਿ ਕੁਐਸਚਨ ਆਕਾਸ਼ ਦਾ ਹੈ। ਤਾਂ ਆਕਾਸ਼ ਦੇ ਬਾਰੇ ਸਾਨੂੰ ਇਹ ਸੂਚਨਾ ਮਿਲਦੀ ਹੈ ਕਿ ਆਕਾਸ਼ ਦਾ ਮਤਲਬ ਇੱਕ ਸਪੇਸ ਹੈ, ਇੱਕ ਆਕਾਸ਼ ਦਾ ਮਤਲਬ ਵਾਯੂਮੰਡਲ ਵੀ ਹੈ, ਐਟਮੋਸਫੀਅਰ ਜਿਹਨੂੰ ਅਸੀਂ ਕਹਿੰਦੇ ਹਾਂ। ਤਾਂ ਇਹ ਧਰਤੀ ਦਾ ਵਾਯੂਮੰਡਲ ਜਿਹੜਾ ਹੈ ਐਸੀ ਗੈਸਾਂ ਦੀ ਪਰਤ ਹੈ, ਆਮ ਤੌਰ ਤੇ ਹਵਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਵਾ ਵੀ ਅਗਰ ਫਲੋ ਕਰਨੀ ਹੈ, ਜਿਸ ਨੂੰ ਅਸੀਂ ਸਾਹ ਲੈਂਦੇ ਹਾਂ, ਹਵਾ ਪੰਜਾਂ ਤੱਤਾਂ ਚੋਂ ਇੱਕ ਹੈ, ਤੇ ਉਸ ਨੂੰ ਵੀ ਇੱਕ ਸਪੇਸ ਦੀ ਜ਼ਰੂਰਤ ਹੈ। ਤਾਂ ਗ੍ਰਹਿ ਧਰਤੀ ਦੇ ਆਲੇ ਦੁਆਲੇ ਇਹ ਸਪੇਸ ਘੁੰਮਦਾ ਹੈ। ਤਾਂ ਧਰਤੀ ਦੀ ਜੋ ਗੁਰਤਵਾਕਰਸ਼ਣ ਹੈ, ਇਸ ਦੁਆਰਾ ਇਸ ਨੂੰ ਬਰਕਰਾਰ ਰੱਖਿਆ ਜਾਂਦਾ ਹੈ। ਧਰਤੀ ਦਾ ਵਾਤਾਵਰਣ ਦੇ ਉੱਤੇ ਜੀਵਨ ਨੂੰ ਬਚਾਉਂਦਾ ਹੈ, ਕਿਉਂਕਿ ਅਗਰ ਤਰਲ ਜਿੱਥੇ ਪਾਣੀ ਨਹੀਂ ਹੈ, ਜਿੱਥੇ ਹਵਾ ਨਹੀਂ ਹੈ, ਉੱਥੇ ਜ਼ਿੰਦਗੀ ਨਹੀਂ ਹੋ ਸਕਦੀ। ਤਾਂ ਇਹ ਧਰਤੀ ਦੀ ਸਤਹ ਤੇ ਮੌਜੂਦ ਹੁੰਦਾ ਪਾਣੀ, ਔਰ ਇਸ ਲਈ ਦਬਾਅ ਪੈਂਦਾ ਹੈ ਕਿ ਇਹ ਧਰਤੀ ਦੇ ਨਾਲ ਹੀ ਜੁੜਿਆ ਰਹੇ। ਤਾਂ ਅਸੀਂ ਆਕਾਰ ਰਾਹੀਂ ਦੇਖਦੇ ਹਾਂ ਕਿ ਇਸ ਵਿੱਚ ਡਰਾਈ ਏਅਰ ਜਿਹੜੀ ਹੈ ਉਹ 78.09% ਹੈ, ਨਾਈਟ੍ਰੋਜਨ 20.95% ਹੈ, ਆਕਸੀਜਨ 0.93%, ਆਰਗਨ ਗੈਸ ਜਿਹੜੀ ਆ 0.4%, ਇਸ ਤਰ੍ਹਾਂ ਕਾਰਬਨ ਡਾਈਆਕਸਾਈਡ ਅਤੇ ਕੁਝ ਹੋਰ ਗੈਸਾਂ ਦੀ ਮਾਤਰਾ ਵੀ ਸ਼ਾਮਲ ਹੈ। ਤਾਂ ਸਭ ਤੋਂ ਜਿਹੜੀ ਸਾਨੂੰ ਇੱਥੇ ਜ਼ਰੂਰੀ ਚੀਜ਼ਾਂ ਇਸ ਐਟਮੋਸਫੀਅਰ ਵਿੱਚ, ਸਪੇਸ ਵਿੱਚ ਮਿਲਦੀਆਂ ਹਨ, ਉਹ ਸਾਨੂੰ ਮਿਲਦੀ ਹੈ ਕਿ ਹਵਾ ਮਿਲਦੀ ਹੈ ਔਰ ਗੈਸਿਸ ਮਿਲਦੀਆਂ ਹਨ। ਤਾਂ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਕਾਸ਼ ਇੱਕ ਤੇ ਸਪੇਸ ਹੈ ਜਿਹਦੇ ਵਿੱਚ ਸਾਰਾ ਜਿਹੜਾ ਹੈ ਉਹ ਵਰਲਡ ਜਿਹੜਾ ਹੈ ਉਹ ਕ੍ਰੀਏਟ ਹੈ, ਐਗਜ਼ਿਸਟ ਕਰ ਰਿਹਾ ਹੈ, ਔਰ ਇਸ ਦੇ ਨਾਲ ਹੀ ਸਾਨੂੰ ਜੀਵਨ ਵਾਸਤੇ ਜਿਹੜੀਆਂ ਜ਼ਰੂਰੀਆਂ ਗੈਸਿਸ ਹਨ ਉਹ ਵੀ ਸਾਨੂੰ ਇਸ ਧਰਤੀ ਤੋਂ ਉੱਪਰ ਮਿਲਦੀਆਂ ਹਨ। ਧਰਤੀ ਦੇ ਉੱਪਰ ਪਾਣੀ ਹੈ,
ਉਹ ਪਾਣੀ ਦੇ ਨਾਲ ਹੀ ਜਿਹੜੀ ਹੈ ਅਗਨੀ ਹੈ, ਬਨਸਪਤੀ ਕਰਕੇ ਅਗਨੀ ਹੈ। ਤੋਂ ਇਹ ਜਿਹੜੇ 5 ਤੱਤ ਹਨ, ਇਹਨਾਂ ਦੇ ਵਿੱਚੋਂ 4 ਤੱਤ ਸਾਨੂੰ ਧਰਤੀ ਦੇ ਉੱਪਰ ਮਿਲ ਜਾਂਦੇ ਹਨ ਔਰ ਹਵਾ ਦੇ ਵਿੱਚ ਮਿਲਦੇ ਹਨ, ਐਟਮੋਸਫੀਅਰ ਦੇ ਵਿੱਚ। ਉਹ 5ਵਾਂ ਤੱਤ ਜਿਹੜਾ ਹੈ ਉਹ ਆਕਾਸ਼ ਹੈ, ਸਪੇਸ ਹੈ। ਤੋਂ ਇਹ ਸਾਨੂੰ ਸਮਝਣਾ ਪਏਗਾ ਕਿ ਇਹ ਬਹੁਤ ਜ਼ਰੂਰੀ ਹੈ ਸਾਡੇ ਸੰਸਾਰ ਦੀ ਬਣਤਰ ਵਾਸਤੇ ਔਰ ਸਾਡੀ ਬਣਤਰ ਵਾਸਤੇ। ਆਸ ਹੈ ਸਰਦਾਰ ਗੁਰਦਿਆਲ ਸਿੰਘ ਜੀ ਨੂੰ ਇਹ ਸੂਚਨਾ ਤੋਂ ਲਾਭ ਮਿਲੇਗਾ। ਹੋਰ ਕਿਸੇ ਕੋਲ ਕੋਈ ਸੂਚਨਾ ਹੋਵੇ ਤਾਂ ਉਹ ਵੀ ਐਡ ਕਰ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਧੰਨਵਾਦ ਵੀਰ ਜੀ। ਆਪ ਜੀ ਨੇ ਅਰਬਦ ਨਰਬਤ ਹਿੰਦੂਕਾਰਾ ਤੋਂ ਸ਼ੁਰੂ ਕਰਕੇ ਤੇ ਬੜਾ ਸੁੰਦਰ ਦੱਸਿਆ ਵੀ ਆਕਾਸ਼ ਜੋ ਹੈ ਸਪੇਸ ਹੈ, ਸਪੇਸ ਬਗੈਰ ਕੋਈ ਚੀਜ਼ ਜਿਹੜੀ ਟਿਕ ਨਹੀਂ ਸਕਦੀ, ਉਹਨੂੰ ਟਿਕਾਉਣ ਜ਼ਰੂਰੀ ਹੈ। तो आपने बड़ा डिटेल और बड़ा वधिया तरीके नाल सानू समझा दिता। आप दा बहुत बहुत धन्नवाद है। तो साध संगत जी, गुरबाणी विच साडे हर क्वेश्चन का उत्तर है, सिर्फ लोड़ है भी गुरबाणी नूं समझण दी। और गुरबाणी बड़ी अगाध बोध है, इनू समझण लई सानू एक कमिटमेंट चाहिदी है। और उहदे लई सानू पूरा ये नहीं कि जिस तरह आम साडे वर्गे लोग मेरे वर्गे करदे ने भी चलो जी नितनेम दा पाठ कर लिया, बड़ा इन्ना जरूरी नहीं है। ये बाणी जिहड़ी है, महाराज बाणी च आख्या बाणी बिरला विचार सी, तो जिते सतगुरु की कृपा होवे वो विचारदा है, तो बाणी विचारन दा ही विषा। और इहदे चों सानू बड़ा कुछ लभदा है। ਇਹ ਜਿਹੜੀਆਂ ਚੀਜ਼ਾਂ ਸਾਇੰਸ ਅੱਜ ਖੋਜ ਰਹੀ ਹੈ, ਉਹ ਮਾਲਕ ਨੇ 5 ਸਦੀਆਂ ਪਹਿਲੇ ਹੀ ਸਾਨੂੰ ਸਾਡੀ ਝੋਲੀ 'ਚ ਪਾਈਆਂ ਹੋਈਆਂ ਨੇ। ਪਰ ਲੋੜ ਤਾਂ ਹੈ ਨਾ ਇਸ ਖਜ਼ਾਨੇ ਨੂੰ ਖੋਲ ਕੇ ਦੇਖਣ ਦੀ। ਦੇਖੀਏ ਤੋ ਜਿਸ ਵੇਲੇ ਇਹੋ ਜਿਹੇ ਸਵਾਲ ਆਉਂਦੇ ਨੇ, ਤੋ ਜ਼ਰੂਰੀ ਗੱਲ ਹੈ ਪੈਨਲ ਮੈਂਬਰਸ ਜਿਹੜੇ ਨੇ ਉਹਨਾਂ ਨੂੰ ਇਹਦਾ ਮੈਂ ਜਿਵੇਂ ਬੇਨਤੀ ਕਰਦਾ ਹਾਂ, ਸਾਨੂੰ ਫਾਇਦਾ ਹੁੰਦਾ ਵੀ ਤੁਹਾਡਾ ਸਵਾਲ ਆਉਂਦਾ, ਫਿਰ ਸਾਨੂੰ ਲੱਭਣਾ ਪੈਂਦਾ। ਤੇ ਹੁਣ ਇਸ ਸਵਾਲ ਲਈ ਵੀ ਸਾਨੂੰ ਤਜਿੰਦਰ ਸਿੰਘ ਦਾ ਕੁੰਡਾ ਖੜਕਾਉਣਾ ਪਿਆ ਵੀ ਮਸਲਾ ਹੱਲ ਕਰੋ ਤਾਂ ਜੇ ਸਾਡੀ ਸਮਝ ਵਿੱਚ ਆ ਜਾਏ। ਧੰਨਵਾਦ ਜੀ। आओ साथ संगत, मैं बेनती करा कि अजकल मतलब हो के हटे क्रिसमस, तो खास करके साढ़े जिहड़े यूरोप कैनेडा इन्हां देशां दे विच ये जो क्रिसमस और न्यू ईयर ईव है, ये साल का एक बहुत वड्डा पंद्रवाड़ा जिहड़ा ये इहनूं फैसटीवल सीजन आपां कहने आ, ये हुंदा है। साडे अपने हिंदुस्तान तां बहुत सारे होर त्यौहार ने, हर महीने कोई ना कोई त्यौहार तुरिया रहिंदा, पर इत्थे इन्हां दा वड्डा त्यौहार ये है। तो ਉਹਦਾ ਅਸਰ ਇਹ ਅਹਿਸਾਸ ਸਮਝ ਵੀ ਜਿਹੜੇ ਸਾਡੇ ਅਸੀਂ ਲੋਕ ਇੱਥੇ ਆ ਕੇ ਸੈਟਲ ਹੋ ਗਏ ਹਾਂ, ਜਿਨ੍ਹਾਂ ਦੇ ਬੱਚੇ ਇੱਥੇ ਪੱਲੇ ਨੇ ਜਾਂ ਇੱਥੇ ਜੰਮ ਪਲ ਨੇ ਇੱਥੇ ਦੇ, ਉਹਨਾਂ ਨੂੰ ਇੱਥੇ ਦੇ ਵਾਤਾਵਰਣ ਦਾ ਬਹੁਤ ਉਹਨਾਂ ਤੇ ਪ੍ਰਭਾਵ ਹੈ, ਇਨਫਲੂਐਂਸ ਹੈ। ਤੇ ਉਹਦੇ 'ਚ ਕਈ ਵਾਰ ਖਤਰਾ, ਮਤਲਬ ਕਈ ਵਾਰੀ ਨਹੀਂ ਬਣਿਆ ਹੀ ਰਹਿੰਦਾ ਹਰ ਵੇਲੇ, ਕਿ ਸਾਡੇ ਬੱਚੇ ਜਿਹੜੇ ਨੇ ਆਪਣੇ ਕਲਚਰ ਨੂੰ ਨਾ ਕਿਤੇ ਭੁੱਲ ਜਾਣ, ਇਸ ਦੂਸਰੇ ਵੈਸਟਰਨ ਕਲਚਰ ਦੇ ਵਿੱਚ ਸਮਾ ਕੇ ਆਪਣੇ ਕਲਚਰ ਨੂੰ ਭੁੱਲ ਨਾ ਜਾਣ। तो ਇਹਦੇ ਲਈ ਹਰੇਕ ਪੇਰੈਂਟਸ ਦੀ ਇੱਕ ਬੜੀ ਕਮਿਟਮੈਂਟ ਹੋਣੀ ਚਾਹੀਦੀ ਹੈ, ਜ਼ਰੂਰੀ ਹੋਣੀ ਚਾਹੀਦੀ ਹੈ, ਸਿਰੜ ਹੋਣਾ ਚਾਹੀਦਾ ਕਿ ਠੀਕ ਹੈ ਕਿ ਬੱਚੇ ਵੱਧ ਤੋਂ ਵੱਧ ਸਿੱਖਣ ਗੱਲਾਂ, ਪਰ ਉਹ ਨਾ ਹੋਵੇ ਕਿ ਆਪਣੇ ਸੱਭਿਆਚਾਰ ਤੋਂ ਟੁੱਟ ਜਾਈਏ ਤੇ ਫਿਰ ਮੁੜ ਕੇ ਅਗਲੀ ਪੀੜ੍ਹੀ ਜਿਹੜੀ 1-2 ਪੀੜ੍ਹੀਆਂ ਤੋਂ ਬਾਅਦ ਪਤਾ ਹੀ ਨਾ ਲੱਗੇ ਵੀ ਹੋ ਕੀ ਗਿਆ। ਔਰ ਕੁਝ ਪਰਸੈਂਟੇਜ ਇਹੋ ਜਿਹਾ ਹੋ ਵੀ ਚੁੱਕਾ ਹੈ, ਆਪ ਸਭ ਨੂੰ ਪਤਾ ਹੀ ਹੈ, ਜਿਹੜੇ ਖਾਸ ਕਰਕੇ ਇਹਨਾਂ ਦੇਸ਼ਾਂ 'ਚ ਆਪ ਵਸੇ ਹੋ, ਕਿ ਜਿਹੜੇ ਹੁਣ ਆਉਣ ਵਾਲੀਆਂ ਜਨਰੇਸ਼ਨ ਟੂ ਜਨਰੇਸ਼ਨ ਨੇ ਫਰਕ ਪੈਂਦਾ ਜਾ ਰਿਹਾ, ਉਹਨਾਂ ਤੇ ਵੈਸਟਰਨ ਪ੍ਰਭਾਵ ਜਿਹੜਾ ਉਹ ਆ ਰਿਹਾ ਹੈ। ਸਿਰਫ ਉਹੀ ਪਰਿਵਾਰ ਆਪਣੇ ਬੱਚਿਆਂ ਨੂੰ ਸਾਂਭ ਕੇ ਰੱਖ ਸਕਦੇ ਨੇ ਜਿਹੜੇ ਆਪਣਾ ਫਰਜ਼ ਸਮਝਣ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ, ਗੁਰ ਇਤਿਹਾਸ ਨਾਲ ਔਰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ। ਉਹਦੇ ਲਈ ਉਹਨਾਂ ਨੂੰ ਉਚੇਚਾ ਟਾਈਮ ਕੱਢਣਾ ਪੈਂਦਾ। ਔਰ ਜਿਹੜੇ ਪੇਰੈਂਟਸ ਕਰਦੇ ਨੇ ਮੁਬਾਰਕ ਨੇ। ਤੋ ਸਾਡੇ ਕੋਲ ਇਹੋ ਜਿਹਾ ਇਹ ਸੁਝਾਅ ਵੀ ਆਇਆ, ਇਹ ਭੈਣ ਜੀ ਸੁਖਦੇਵ ਕੌਰ ਜੀ ਵੱਲੋਂ ਬੜਾ ਵਧੀਆ ਸੁਝਾਅ ਹੈ ਕਿ ਇਸ ਸ਼ਹੀਦੀ ਪੰਦਰਵਾੜੇ 'ਤੇ ਸਾਨੂੰ ਆਪਣੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ, ਜਿਹੜੀ ਛੋਟੀ ਸਾਡੀ ਜਨਰੇਸ਼ਨ ਹੈ, ਕਮਿੰਗ ਜਨਰੇਸ਼ਨਸ, ਉਹਨਾਂ ਨੂੰ ਇਹਦੇ ਨਾਲ ਸਾਨੂੰ ਕਿਵੇਂ ਜੋੜ ਕੇ ਰੱਖਣਾ ਚਾਹੀਦਾ। ਮੈਂ ਬੇਨਤੀ ਕਰਨ ਲੱਗਾ ਵੀਰ ਹਰਜੀਤ ਸਿੰਘ ਜੀ ਨੂੰ ਵੀ ਇਹਦੇ ਬਾਰੇ ਥੋੜ੍ਹੇ ਵਿਚਾਰ ਆਪਣੇ ਦੱਸੋ ਜੀ। ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਅਹਿਮ ਸਵਾਲ ਹੈ ਐਕਚੁਅਲੀ। ਇਹ ਆਪਣਾ ਸੱਭਿਆਚਾਰ ਬਚਾਓ, ਇਹ ਉਸ ਦਾ ਸੰਬੰਧ ਰੱਖਦਾ ਹੈ ਵੀ ਆਪਣੇ ਕਲਚਰ ਨੂੰ ਕਿਵੇਂ ਬਚਾਉਣਾ ਹੈ। ਤਿਉਹਾਰ ਕੋਈ ਹੋਣ, ਕੌਮਾਂ ਦੀ ਜਿੰਦ ਜਾਨ ਹੁੰਦੇ ਨੇ, ਹਰ ਕੌਮ ਦੇ ਆਪੋ ਆਪਣੇ ਤਿਉਹਾਰ ਨੇ। ਇਹ ਤਿਉਹਾਰ ਅਸਲ 'ਚ ਹਰ ਕੌਮ ਨੂੰ ਆਪਣੇ ਵਿਰਸੇ ਨਾਲ ਜੋੜਦੇ ਆ। ਉਹ ਦੱਸਦੇ ਨੇ ਤਿਉਹਾਰ ਵੀ ਕਿਸ ਕਰਕੇ ਤਿਉਹਾਰ ਮਨਾਇਆ ਜਾਂਦਾ ਹੈ। ਹਾਂ, ਹਾਲਾਂਕਿ ਮਨਾਉਣ ਵਾਲਿਆਂ ਦੇ ਵਿੱਚ ਵੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਤਿਉਹਾਰ ਕਿਉਂ ਮਨਾ ਰਹੇ ਹਾਂ, ਲੇਕਿਨ ਹੋਣਾ ਪਤਾ ਇਹ ਹੋਣਾ ਚਾਹੀਦਾ ਵੀ ਤਿਉਹਾਰ ਕਿਉਂ ਮਨਾਇਆ ਜਾ ਰਿਹਾ।
ਔਰ ਜੇ ਇਹ ਗੱਲ ਪਤਾ ਹੋਵੇ ਤਾਂ ਫਿਰ ਇਹ ਯੂਥ ਵਿੱਚ ਜਾਂ ਅਗਲੀ ਪੀੜ੍ਹੀ ਦੇ 'ਚ ਇੱਕ ਨਵਾਂ ਜਜ਼ਬਾ ਪੈਦਾ ਕਰਦੇ ਨੇ ਤਿਉਹਾਰ ਕੋਈ ਵੀ ਹੋਣ। ਪਰ ਜਿਹੜੀਆਂ ਕੌਮਾਂ ਆਪਣੇ ਤਿਉਹਾਰਾਂ ਨੂੰ ਛੱਡ ਕੇ ਜਾਂ ਤਿਉਹਾਰਾਂ ਵੱਲੋਂ ਲਾਪਰਵਾਹ ਹੋ ਜਾਂਦੀਆਂ ਨੇ, ਉਹ ਕੌਮਾਂ ਦੂਜਿਆਂ ਤਿਉਹਾਰਾਂ ਦੇ ਅਸਰ ਥੱਲੇ ਆ ਕੇ ਆਪਣੇ ਸੱਭਿਆਚਾਰ ਨੂੰ ਗਵਾ ਲੈਂਦੀਆਂ ਨੇ। ਤੇ ਸੱਭਿਆਚਾਰ ਹੀ ਗਵਾ ਨਹੀਂ ਲੈਂਦੀਆਂ, ਆਪਣੇ ਇਸ ਕਹਿ ਲਈਏ ਕਿ ਹੌਲੀ ਹੌਲੀ ਆਪਣੀ ਹੋਂਦ ਨੂੰ ਵੀ ਮਿਟਾ ਲੈਂਦੀਆਂ ਨੇ। ਦੁਨੀਆ 'ਚ ਸ਼ਾਇਦ ਅੱਜ ਇੱਕੋ ਇੱਕ ਧਰਮ ਹੈ ਸਾਡਾ, ਸਿੱਖ ਧਰਮ, ਜਿਹਨੂੰ ਇਹ ਦੱਸਣ ਦੀ ਲੋੜ ਪੈਂਦੀ ਹੈ ਵੀ ਸਾਡੇ ਤਿਉਹਾਰ ਕਿਹੜੇ ਹਨ। ਦੂਜੀਆਂ ਕੌਮਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਪਤਾ ਹੈ ਸਾਡੇ ਤਿਉਹਾਰ ਕਿਹੜੇ ਨੇ। ਹੁਣ ਕ੍ਰਿਸਚਨਸ ਨੂੰ ਦੱਸਣ ਦੀ ਲੋੜ ਨਹੀਂ ਹੈ ਵੀ ਕ੍ਰਿਸਮਸ ਤੁਹਾਡਾ ਤਿਉਹਾਰ ਆਉਣ ਵਾਲਾ ਹੈ, ਉਹਨਾਂ ਨੂੰ ਉਹ ਬਾਕੀ ਜੋ ਉਹਨਾਂ ਦੇ ਤਿਉਹਾਰ ਹੋਣਗੇ ਉਹ ਵੀ ਦੱਸਣ ਦੀ ਲੋੜ ਨਹੀਂ ਹੈ। ਪਰ ਸਾਡੀ ਕੌਮ ਨੂੰ ਹਰ ਵੇਲੇ ਦੱਸਣਾ ਪੈਂਦਾ ਹੈ ਵੀ ਗੁਰਪੁਰਬ ਆਉਣ ਵਾਲਾ ਹੈ, ਫਲਾਣਾ ਤਿਉਹਾਰ ਆਉਣ ਵਾਲਾ ਹੈ। ਤੇ ਸੰਖੇਪ 'ਚ ਜੀ ਗੱਲ ਕਰਾਂ, ਛੋਟੀ ਗੱਲ ਕਰਾਂ, ਵੀ ਜਿਹੜੇ ਸਾਡੇ ਤਿਉਹਾਰ ਹਨ ਉਹ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਵਸ, ਗੁਰਗੱਦੀ ਦਿਵਸ, ਜੋਤੀ ਜੋਤ ਸਮਾਉਣ ਦੇ ਦਿਵਸ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ, ਖਾਲਸੇ ਦਾ ਸਿਰਜਣਾ ਦਿਵਸ, ਵਿਸਾਖੀ ਜਿਹਨੂੰ ਅਸੀਂ ਕਹਿੰਦੇ ਹਾਂ, ਹੋਲਾ ਮਹੱਲਾ, ਤੇ ਸਿੰਘ ਸੂਰਮਿਆਂ ਦੇ ਇਤਿਹਾਸਕ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਸਵਾਲ ਹਨ ਉਹ ਸਾਡੇ ਸਵਾਲ ਹਨ, ਉਹ ਸਾਡੇ ਤਿਉਹਾਰ ਹਨ। ਤਾਂ ਇਹਨਾਂ ਤਿਉਹਾਰਾਂ ਦੇ ਵਿੱਚੋਂ ਹੁਣ ਮਨਾਇਆ ਕਿਵੇਂ ਜਾਵੇ, ਇਹਨਾਂ ਤੋਂ ਬਚਿਆ ਕਿਵੇਂ ਜਾਵੇ, ਦੂਜੇ ਤਿਉਹਾਰਾਂ ਦੇ ਨਾਲ ਕਿਵੇਂ ਗੱਲਬਾਤ ਜਿਹੜੀ ਹੈ ਉਹ ਸਾਡੀ ਹੋ ਸਕੇ। ਹੁਣ ਜੇ ਅਸੀਂ ਦੇਖਦੇ ਹਾਂ, ਇਹ ਗੱਲ ਖਿਆਲ ਰੱਖਣ ਵਾਲੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਦੀ ਵੀ ਫੁੱਲ ਆਪਣੀ ਖੁਸ਼ਬੂ ਛੱਡ ਕੇ ਦੂਜਿਆਂ ਨੂੰ ਖੁਸ਼ਬੂ ਨਹੀਂ ਦੇ ਸਕਦਾ। ਮਤਲਬ ਜਿਹੜੀ ਫੁੱਲ ਦੀ ਜਿੰਨਾ ਮਰਜ਼ੀ ਸੁਗੰਧੀ ਵਾਲਾ ਹੋਵੇ, ਤੇ ਜੇ ਉਹ ਫੁੱਲ ਆਪਣੀ ਖੁਸ਼ਬੂ ਹੀ ਛੱਡ ਦੇਵੇ, ਆਪਣੀ ਖੁਸ਼ਬੂ ਦੀ ਹੋਵੇ ਹੀ ਨਾ, ਤੇ ਉਹ ਕਿਵੇਂ ਦੂਜੇ ਨੂੰ ਖੁਸ਼ਬੂ ਦੇ ਸਕਦਾ ਹੈ। ਹੁਣ ਇਹ ਜੋ 15 ਦਿਨਾਂ ਦਾ ਸਮਾਂ ਆਉਂਦਾ ਹੈ ਜੋ ਅਖੀਰ ਤੇ ਜਾ ਕੇ, ਹੁਣ ਇਹ ਵਿਰਸਾ ਸਿੱਖ ਕੌਮ ਦਾ ਆਪਣਾ ਬੜਾ ਸੁਨਹਿਰੀ ਵਿਰਸਾ ਹੈ। ਜੇ ਅਸੀਂ ਦੇਖਦੇ ਹਾਂ, ਵੈਸੇ ਤਾਂ ਜੇ 365 ਦਿਨ ਦਾ ਅਸੀਂ ਉਹਨੂੰ ਦੇਖ ਲਈਏ ਸਾਲ ਦੇ, ਤਾਂ ਕੋਈ ਤਰੀਕ ਵੀ ਤੁਹਾਨੂੰ ਐਸੀ ਨਹੀਂ ਮਿਲਣੀ ਜਿਹਦੇ 'ਚ ਕੋਈ ਨਾ ਕੋਈ ਘਟਨਾ ਸਿੱਖ ਇਤਿਹਾਸ ਨਾਲ ਸੰਬੰਧ ਨਾ ਰੱਖਦੀ ਹੋਵੇ ਜਾਂ ਸਿੱਖ ਵਿਰਸੇ ਨਾਲ ਸੰਬੰਧ ਨਾ ਰੱਖਦੀ ਹੋਵੇ। ਕੋਸ਼ਿਸ਼ ਤਾਂ ਇਹ ਕਰਨੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਹੀ, ਇਹ ਖਾਸ ਕਰਕੇ ਪ੍ਰਚਾਰਕ ਸ਼੍ਰੇਣੀ ਜੋ ਸਾਡੇ ਵਰਗੀ ਜ਼ਿੰਮੇਵਾਰ ਵਿਅਕਤੀ ਆਪਣੇ ਆਪ ਨੂੰ ਕਹਾਉਂਦੇ ਆ, ਉਹਨਾਂ ਨੂੰ ਇੱਕ ਡਾਟਾ ਤਿਆਰ ਕਰ ਦਿੱਤਾ ਜਾਏ, ਲਿਸਟ ਤਿਆਰ ਕੀਤੀ ਜਾਏ ਵੀ ਇਸ ਦਿਨ 'ਚ ਜਨਵਰੀ ਦੇ ਜਾਂ ਪਹਿਲੇ ਦਿਨ ਨੂੰ ਇਹ ਤਿਉਹਾਰ ਤੁਹਾਡਾ ਸ਼ੁਰੂ ਹੋ ਜਾਂਦਾ, ਜਾਂ ਇਹ ਉਦੋਂ ਘਟਨਾ ਇਤਿਹਾਸ ਦੀ ਹੋਈ ਸੀ। ਜਦੋਂ ਅਸੀਂ ਇਹ 365 ਦਿਨ ਦਾ ਇੱਕ ਪੂਰਾ ਦਾਇਰਾ ਬਣਾ ਲਵਾਂਗੇ, ਆਪਣਾ ਪੂਰੀ ਟਾਈਮ ਟੇਬਲ ਜਿਹਾ ਬਣਾ ਲਾਂਗੇ, ਡਾਟਾ ਪੂਰਾ ਸਾਡੇ ਕੋਲ ਆ ਜਾਏਗਾ, ਤਾਂ ਫਿਰ ਲੋੜ ਇਹ ਹੈ ਵੀ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਉਹ ਘਟਨਾ ਨੂੰ ਯਾਦ ਕਰਾਉਣ ਦਾ ਸਾਨੂੰ ਕੰਮ ਕਰਨਾ ਚਾਹੀਦਾ। ਜੇ ਅਸੀਂ ਇਹ ਸੋਚੀਏ ਵੀ ਵੱਡੇ ਹੋ ਜਾਣ, ਜਿੱਥੇ ਅਸੀਂ ਬੱਚੇ ਨੂੰ ਬੋਲਣਾ ਸਿਖਾਉਂਦੇ ਹਾਂ, ਬੱਚੇ ਨੂੰ ਖਾਣਾ ਸਿਖਾਉਂਦੇ ਹਾਂ, ਬੱਚੇ ਨੂੰ ਅਸੀਂ ਹੱਥ ਜੋੜਨਾ ਸਿਖਾਈਏ, ਬੱਚੇ ਨੂੰ ਪਾਠ ਵੇਲੇ ਬਿਠਾਉਣਾ ਸਿਖਾਈਏ, ਨਾਲ ਨਾਲ ਜਦੋਂ ਬੱਚੇ ਹਾਲਾਂ ਉਹਨੂੰ ਪਤਾ ਸਮਝ ਨਹੀਂ ਹੈ, ਪਰ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਸਾਡੇ ਨਾਲ ਬੱਚੇ ਨੂੰ ਹੱਥ ਜੋੜ ਕੇ ਬਿਠਾਉਣ ਦੀ ਕੋਸ਼ਿਸ਼ ਕਰੀਏ, ਬੱਚਾ ਬੈਠ ਜਾਂਦਾ ਹੈ। ਥੋੜਾ ਜਿਹਾ ਬੱਚਾ ਨੂੰ ਅਸੀਂ ਥੋੜਾ ਜਿਹਾ ਸਮਝਾਈਏ, 2 4 5 ਵਾਰੀ ਤਾਂ ਬੈਠ। ਅਰਦਾਸ ਵੇਲੇ ਉਹਨੂੰ ਖੜਾ ਕਰਕੇ ਜਦੋਂ ਵਾਹਿਗੁਰੂ ਕਹਿੰਦੇ ਆ, ਬੱਚੇ ਨੂੰ ਵਾਹਿਗੁਰੂ ਕਹਿਣਾ ਸਿਖਾਈਏ, ਜਕਾਰਾ ਬੋਲਣਾ ਸਿਖਾਈਏ। ਇਹ ਚੀਜ਼ਾਂ ਬਚਪਨ ਤੋਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦ ਤੱਕ ਬਚਪਨ ਤੋਂ ਅਸੀਂ ਇਹਦੀ ਘਾਟ ਨਹੀਂ ਕੱਢਦੇ, ਉਨੀ ਦੇਰ ਤੱਕ ਇਹ ਬੱਚੇ ਦੇ ਅੰਦਰ ਆਪਣਾ ਜਜ਼ਬਾ ਪੈਦਾ ਨਹੀਂ ਹੁੰਦਾ, ਆਪਣੇ ਵਿਰਸੇ ਨਾਲ ਜੁੜਨ ਦਾ ਚਾਅ ਵੀ ਪੈਦਾ ਨਹੀਂ ਹੁੰਦਾ, ਆਪਣੇ ਵਿਰਸੇ ਨਾਲ ਜੁੜਨ ਦੀ ਅੰਦਰ ਤਾਂਘ ਵੀ ਪੈਦਾ ਨਹੀਂ ਹੁੰਦੀ। ਤੇ ਜਦ ਉਹ ਵਿਰਸੇ ਨਾਲ ਜੁੜਦਾ ਨਹੀਂ, ਫਿਰ ਦੂਜੀਆਂ ਕੌਮਾਂ ਜਲਦੀ ਪ੍ਰਭਾਵ ਪਾ ਲੈਂਦੀਆਂ ਨੇ। ਦੂਜੀਆਂ ਕੌਮਾਂ ਦੇ ਤਿਉਹਾਰਾਂ ਵਿੱਚ ਉਹਨਾਂ ਨੂੰ ਗ੍ਰੀਟ ਕਰਨਾ ਕੋਈ ਗਲਤ ਨਹੀਂ ਹੈ, ਮੈਂ ਬੇਨਤੀ ਕਰਦੇ ਹਾਂ, ਲੇਕਿਨ ਉਹਨਾਂ ਦੀ ਦੂਜੇ ਦੀ ਮਾਂ ਨੂੰ ਸਤਿਕਾਰ ਦੇਣਾ ਕੋਈ ਮਾੜੀ ਚੀਜ਼ ਨਹੀਂ ਹੈ। ਪਰ ਦੂਜੇ ਨੂੰ ਮਾਂ ਨੂੰ ਆਪਣੀ ਮਾਂ ਕਹਿਣਾ ਇਹ ਗਲਤ ਕੰਮ ਹੋ ਜਾਂਦਾ ਹੈ। ਆਪਣੀ ਮਾਂ ਦੀ ਥਾਂ ਤੇ ਕਿਸੇ ਦੂਜੇ ਨੂੰ ਆਪਣੀ ਮਾਂ ਬਣਾ ਲਈਏ ਤਾਂ ਇਹ ਕੰਮ ਮਾਂ ਵੀ ਬਰਦਾਸ਼ਤ ਨਹੀਂ ਕਰਦੀ, ਤੇ ਉਧਰ ਵੀ ਬਰਦਾਸ਼ਤ ਨਹੀਂ ਹੁੰਦਾ, ਸੁਸਾਇਟੀ ਵੀ ਬਰਦਾਸ਼ਤ ਨਹੀਂ ਕਰਦੀ। ਬਿਲਕੁਲ ਇਸੇ ਤਰ੍ਹਾਂ ਦੀ ਗੱਲ ਹੈ। ਅਸੀਂ ਉਹਨਾਂ ਤਿਉਹਾਰ ਹੈ, ਉਹਨਾਂ ਦੀ ਗ੍ਰੀਟ ਹੈ, ਅਸੀਂ ਕਰਦੇ ਹਾਂ ਉਹਨਾਂ ਨੂੰ, ਠੀਕ ਹੈ, ਉਹਨਾਂ ਦਾ ਤਿਉਹਾਰ ਹੈ, ਲੇਕਿਨ ਉਹਨਾਂ ਦਿਨਾਂ ਵਿੱਚ ਖਾਸ ਕਰਕੇ ਕਿਉਂਕਿ ਕ੍ਰਿਸਮਸ ਦੀ ਗੱਲ ਹੋਈ ਹੈ ਹੁਣੇ ਜਿਹੜੀ ਸਵਾਲ ਦੇ ਵਿੱਚ ਆਇਆ, ਇਹਦੇ ਦੇਖੋ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਕਹਾਣੀ ਨੂੰ ਪੜ੍ਹ ਕੇ ਅਸੀਂ ਪਰਸੋਂ ਇਹ ਲੈਕਚਰ ਵੀ ਸੁਣਿਆ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਸੁਣੀ। ਇਹ ਐਕਸੈਸ ਇਤਿਹਾਸ ਹੈ ਜਿਹੜਾ ਆਨੰਦਪੁਰ ਦਾ 6 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ, ਤੇ 6 ਮਹੀਨੇ ਉਸ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਰੱਖਿਆ। ਰੋਜ਼ ਦੀ ਰੋਜ਼ ਘਟਨਾ ਜਿਹੜੀਆਂ ਉੱਥੋਂ ਵਾਪਰਦੀਆਂ ਰਹੀਆਂ, ਛੋਟੀਆਂ ਮੋਟੀਆਂ ਲੜਾਈਆਂ ਵੀ ਉਹਦੇ 'ਚ ਹੁੰਦੀਆਂ ਰਹੀਆਂ।
ਤੇ ਉਸ ਘਟਨਾ ਨੂੰ ਅਸੀਂ ਰੋਜ਼ ਦੇ ਰੋਜ਼ ਅਸੀਂ ਬੱਚਿਆਂ ਨੂੰ ਦੱਸ ਸਕਦੇ ਹਾਂ, ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ, ਪਰ ਬਚਪਨ ਤੋਂ ਸ਼ੁਰੂ ਕਰਨਾ ਪਏਗਾ। ਵੱਡੇ ਹੋ ਕੇ ਬੱਚੇ ਨਹੀਂ ਸਿੱਖਦੇ, ਨਾ ਵੱਡੇ ਹੋ ਕੇ ਛੇਤੀ ਜਦੋਂ ਸਕੂਲਿੰਗ ਸ਼ੁਰੂ ਹੋ ਜਾਂਦੀ ਹੈ ਉਦੋਂ ਫਿਰ ਸਾਡਾ ਪ੍ਰਭਾਵ ਘਟ ਜਾਂਦਾ ਹੈ, ਸਕੂਲ ਦਾ ਪ੍ਰਭਾਵ ਜਿਹੜਾ ਪੈਂਦਾ ਹੈ। ਬੱਚਿਆਂ ਦੀ ਪਾਲਣਾ ਪੋਸ਼ਣਾ ਵਿੱਚ ਸਭ ਤੋਂ ਪਹਿਲਾਂ ਮਾਂ ਪਿਓ ਹੁੰਦੇ ਨੇ, ਉਸ ਤੋਂ ਬਾਅਦ ਸਕੂਲ ਹੁੰਦਾ ਹੈ, ਉਹਦੇ ਟੀਚਰ ਦਾ ਰੋਲ ਹੁੰਦਾ ਹੈ, ਉਸ ਤੋਂ ਬਾਅਦ ਕਾਲਜਿਸ ਆ ਜਾਂਦੇ ਆ, ਉਸ ਤੋਂ ਬਾਅਦ ਸਾਡੇ ਗੁਰਦੁਆਰੇ ਹੁੰਦੇ ਨੇ, ਜਾਂ ਪ੍ਰਚਾਰਕ ਸ਼੍ਰੇਣੀ ਜਿਹੜੀ ਹੈ ਉਹ ਵੀ ਸਾਰੇ ਵਿੱਚ ਆਉਂਦੀ ਹੈ। ਪਰ ਜੇ ਅਸੀਂ ਆਪਣੇ ਬੱਚਿਆਂ ਨੂੰ, ਜਿਵੇਂ ਹੁਣ ਸਾਹਿਬਜ਼ਾਦਿਆਂ ਦਾ ਇਤਿਹਾਸ ਜਾਂ ਮਾਤਾ ਜੀ ਦਾ ਇਤਿਹਾਸ, ਗੁਰੂ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਸ਼ੁਰੂ ਕਰ ਲਈਏ, ਉਹਨਾਂ ਨੂੰ 15 ਦਿਨ ਕੀ ਸਾਰਾ 6 ਮਹੀਨੇ ਸੁਣਾਈ ਜਾਈਏ, ਕਲਗੀਧਰ ਪਾਤਸ਼ਾਹ ਦੇ ਜੀਵਨ ਦੀਆਂ ਘਟਨਾਵਾਂ ਤਾਂ ਇੰਨੀ ਤੇਜ਼ੀ ਨਾਲ ਬੀਤੀਆਂ ਕਿ ਜੇ ਉਹਨੂੰ ਪੜ੍ਹਦੇ ਆ ਤਾਂ ਉਹ ਕਹਿੰਦੇ ਨੇ ਤੇਜ਼ ਰਫ਼ਤਾਰ ਘੋੜੇ ਦੇ ਉੱਤੇ ਸਵਾਰ ਹੋਣਾ ਪੈਂਦਾ, ਤਾਂ ਉਹਨਾਂ ਦੀਆਂ ਇਤਿਹਾਸ ਦੀਆਂ ਜਿਹੜੀਆਂ ਘਟਨਾਵਾਂ ਨੂੰ ਅਸੀਂ ਕੈਪਚਰ ਕਰ ਸਕਦੇ ਹਾਂ। ਇੱਥੋਂ ਤੱਕ ਵੀ ਲਿਖਿਆ ਗਿਆ ਕਿ ਕਲਗੀਧਰ ਪਾਤਸ਼ਾਹ ਦੇ ਜੀਵਨ ਦੀਆਂ ਘਟਨਾਵਾਂ ਇੰਨੀ ਤੇਜ਼ੀ ਨਾਲ ਬੀਤੀਆਂ ਕਿ ਮਨੁੱਖੀ ਮਨ ਵੀ ਇੰਨੀ ਤੇਜ਼ੀ ਨਾਲ ਨਹੀਂ ਦੌੜਦਾ। ਅਜੇ ਸਭ ਤੋਂ ਤੇਜ਼ੀ ਨਾਲ ਦੌੜਨ ਵਾਲਾ ਸਾਡਾ ਮਨ ਹੁੰਦਾ, ਪਰ ਕਹਿੰਦੇ ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਘਟਨਾਵਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਹਨ ਕਿ ਮਨੁੱਖੀ ਮਨ ਦੀ ਸੋਚ ਵੀ ਉੱਥੇ ਤੱਕ ਨਹੀਂ ਪਹੁੰਚ ਸਕਦੀ। ਤੋ ਇਹ ਐਸਾ ਜੀਵਨ ਹੈ। ਹੁਣ ਜਿਹੜਾ ਅਸੀਂ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਖਾਸ ਕਰਕੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਲੈ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ, ਉਹਨਾਂ ਦੀ ਦ੍ਰਿੜਤਾ, ਧਰਮ ਉੱਤੇ ਦ੍ਰਿੜਤਾ, ਕੇਵਲ ਇਹ ਨਹੀਂ ਵੀ ਉਨੀਆਂ ਚਿੰਨ ਦਿੱਤੇ ਗਏ, ਨਹੀਂ, ਉਹਨਾਂ ਦੇ ਹੋਏ ਸਵਾਲ ਜਵਾਬ ਉਹ ਸਾਨੂੰ ਆਪ ਪਤਾ ਹੋਣੇ ਚਾਹੀਦੇ ਨੇ। ਵੀ ਜਿਹੜੇ ਸੂਬੇ ਨੇ ਸਵਾਲ ਕੀਤੇ, ਜਿਹੜਾ ਸੁੱਚਾ ਨੰਦ ਦਾ ਰੋਲ ਕੀਤਾ, ਜਿਹੜਾ ਨਵਾਬ ਮਲੇਰਕੋਟਲੇ ਨੇ ਰੋਲ ਕੀ ਪਲੇ ਕੀਤਾ, ਕਿ ਕਾਜ਼ੀਆਂ ਨੇ ਕੀ ਫਤਵੇ ਦਿੱਤੇ, ਇਹ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਪਹਿਲਾਂ ਸਾਨੂੰ ਇਤਿਹਾਸ ਪੜ੍ਹਨਾ ਪਏਗਾ। ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਅਸੀਂ ਆਪਣੇ ਬੱਚਿਆਂ ਨੂੰ ਨਾਲ ਜੋੜ ਸਕਦੇ ਹਾਂ। ਜਦੋਂ ਚਾਹੀਦਾ ਤਾਂ ਇਸ ਤਰ੍ਹਾਂ ਵੀ ਹੈਗਾ, ਕੋਈ ਡਾਕੂਮੈਂਟਰੀ ਇਹੋ ਜਿਹੀ ਬਣ ਜਾਏ ਇਹਨਾਂ ਦਿਨਾਂ ਦੇ ਵਿੱਚ, ਉਹਨੂੰ ਰੋਜ਼ 20 ਮਿੰਟ 15 ਮਿੰਟ ਅਸੀਂ ਟੀਵੀ ਦੇ ਉੱਤੇ ਦਿਖਾ ਸਕੀਏ, ਜਿਹਦੇ ਨਾਲ ਬੱਚੇ ਨੂੰ, ਕਿਉਂਕਿ ਸੁਣਨ ਨਾਲੋਂ ਬੱਚਾ ਦੇਖ ਕੇ, ਜੇ ਸੁਣ ਕੇ ਤੇ ਦੇਖ ਕੇ ਜ਼ਿਆਦਾ ਇੰਪ੍ਰੈਸ ਹੁੰਦਾ ਹੈ। ਉਹ ਕਿਹਾ ਵੀ ਜਾਂਦਾ ਹੈ ਕਿ ਜਿਹੜਾ ਅੱਖਾਂ ਨਾਲ ਵੇਖਿਆ ਜਾਵੇ ਤੇ ਕੰਨਾਂ ਨਾਲ ਸੁਣਿਆ ਜਾਵੇ, ਉਹਦਾ ਪ੍ਰਭਾਵ ਜਿਹੜਾ ਡਬਲ ਤੋਂ ਵੀ ਜ਼ਿਆਦਾ ਬੱਚੇ ਦੇ ਮਾਈਂਡ ਤੇ, ਕਿ ਹਰ ਮਨੁੱਖ ਦੇ ਮਾਈਂਡ ਦੇ ਉੱਤੇ ਪੈਂਦਾ ਹੈ। ਇਹ ਸਾਡੀਆਂ ਕਮਜ਼ੋਰੀਆਂ ਨੇ ਕੌਮੀ ਤੌਰ ਦੇ ਉੱਤੇ ਵੀ, ਅਸੀਂ ਇਸ ਪਾਸੇ ਖਿਆਲ ਨਹੀਂ ਦੇ ਦਿੱਤਾ, ਤੇ ਉਹਨਾਂ ਕਮਜ਼ੋਰੀਆਂ ਕਰਕੇ ਦੂਜੀਆਂ ਕੌਮਾਂ ਸਾਡੇ ਤੋਂ ਜਿਹੜਾ ਲੰਘ ਗਈਆਂ, ਔਰ ਉਹਨਾਂ ਦੇ ਤਿਉਹਾਰ ਸਾਡੇ ਤਿਉਹਾਰਾਂ ਨਾਲ ਜ਼ਿਆਦਾ ਪ੍ਰਚਲਿਤ ਹੋ ਗਏ। ਇਹ ਸ਼ਹੀਦੀ ਦਿਹਾੜੇ ਵੀ ਸਾਡੇ ਤਿਉਹਾਰ ਨੇ। ਤਿਉਹਾਰਾਂ ਦਾ ਮਤਲਬ ਨਹੀਂ ਖੁਸ਼ੀ ਕਰਨੀ ਹੁੰਦੀ ਹੈ, ਤਿਉਹਾਰ ਦਾ ਇਹ ਤਾਂ ਨਹੀਂ ਮਤਲਬ ਮਠਿਆਈਆਂ ਵੰਡਣੀਆਂ ਹੁੰਦੀਆਂ, ਤਿਉਹਾਰਾਂ ਦਾ ਮਤਲਬ ਆਪਣੇ ਵਿਰਸੇ ਨਾਲ ਜੁੜਨਾ ਹੁੰਦਾ। ਤੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹ ਕਹਾਣੀਆਂ, ਸਤਿਗੁਰੂ ਜੀ ਜਿਹਨੂੰ ਕਹਿੰਦੇ ਬਬਾਣੀਆਂ ਕਹਾਣੀਆਂ, ਬੁੱਤ ਸਪੁਰਦ ਕਰਨ ਦੀ ਕਹਾਣੀਆਂ ਜਿਹੜੀਆਂ ਨੇ, ਉਹ ਆਪਣੇ ਬੱਚਿਆਂ ਨਾਲ ਕਰੀਏ, ਉਹਨਾਂ ਨੂੰ ਇਤਿਹਾਸ ਸੁਣਾਈਏ। ਜਦੋਂ ਅਸੀਂ ਬਚਪਨ ਤੋਂ ਸ਼ੁਰੂ ਕਰਾਂਗੇ, ਨਾਲੇ ਵੀ ਦੱਸੀ ਜਾਈਏ ਵੀ ਸਾਡੇ ਤਿਉਹਾਰ ਕਿਹੜੇ ਨੇ, ਉਹਨਾਂ ਦੂਜੀਆਂ ਕੌਮਾਂ ਦੇ ਤਿਉਹਾਰ ਕਿਹੜੇ ਨੇ। ਜਿਵੇਂ ਅਸੀਂ ਇਹ ਉਦਾਹਰਨ ਦੇ ਸਕਦੇ ਹਾਂ ਵੀ ਦੇਖੋ, ਜਿਵੇਂ ਈਸਾਈ ਲੋਕ ਕ੍ਰਿਸਮਸ ਦਾ ਤਿਉਹਾਰ ਮਨਾਉਂਦੇ ਨੇ, ਇਸੇ ਤਰ੍ਹਾਂ ਅਸੀਂ ਗੁਰੂ ਪਾਤਸ਼ਾਹ ਦੇ ਆਗਮਨ ਪੁਰਬ ਮਨਾਉਂਦੇ ਹਾਂ। ਇਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਇਹ ਕੱਟ ਕਰਕੇ ਨਹੀਂ ਵੀ ਨਹੀਂ ਅਸੀਂ ਨਹੀਂ ਮਨਾਉਣੇ, ਅਸੀਂ ਉਦਾਹਰਨ ਦੇ ਤੌਰ ਤੇ ਪੋਜ਼ਿਟਿਵ ਵੇ ਰੱਖ ਕੇ ਜਦੋਂ ਬੱਚਿਆਂ ਨੂੰ ਸਮਝਾਵਾਂਗੇ, ਮੈਨੂੰ ਲੱਗਦਾ ਕਿ ਉਹ ਬੱਚੇ ਆਪਣੇ ਆਪ ਹੌਲੀ ਹੌਲੀ ਆਪਣੇ ਵਿਰਸੇ ਨਾਲ ਜੁੜ ਜਾਣਗੇ। ਜਦੋਂ ਵਿਰਸੇ ਨਾਲ ਜੁੜ ਜਾਣਗੇ ਤਾਂ ਫਿਰ ਸਾਨੂੰ ਇਹ ਗੱਲਾਂ ਕਹਿਣ ਦੀ ਲੋੜ ਨਹੀਂ ਪਏਗੀ ਕਿ ਬੱਚੇ ਉਧਰ ਕਿਉਂ ਚਲੇ ਗਏ, ਇੱਧਰ ਕਿਉਂ ਨਹੀਂ ਚਲੇ ਗਏ। ਇਹ ਤਾਂ ਜਬ ਲਕ ਖਾਲਸਾ ਰਹੇ ਨਿਆਰਾ, ਤਬ ਲਕ ਤੇਜ ਦਿਉ ਮੈਂ ਸਾਰਾ, ਜਬ ਇਹ ਕਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ ਹੈ। ਇਹ ਨਿਆਰਾਪਨ ਸਾਨੂੰ ਆਪਾਂ ਨੂੰ ਕਾਇਮ ਜਿਹੜਾ ਹੈ ਰੱਖਣਾ ਪਵੇਗਾ, ਨਹੀਂ ਤਾਂ ਅਸੀਂ ਵੀ ਉਸ ਦੂਜੀਆਂ ਕੌਮਾਂ ਵਾਂਗੂ, ਜਿਹੜੀਆਂ ਕੌਮਾਂ ਸਾਨੂੰ ਜਜ਼ਬ ਕਰਨ ਲਈ ਤਿਆਰ ਹੀ ਬੈਠੀਆਂ ਨੇ, ਤੇ ਉਹ ਜਜ਼ਬਾ ਜਿਹੜਾ ਸਾਡੇ ਅੰਦਰ ਵੀ ਹੌਲੀ ਹੌਲੀ ਖਤਮ ਹੁੰਦਾ ਜਾਏਗਾ। ਇਸ ਵਾਸਤੇ ਤਿਉਹਾਰਾਂ ਨੂੰ ਮਨਾਉਣਾ, ਤਾਂ ਤਿਉਹਾਰਾਂ ਵਾਲੇ ਦਿਨ ਉਹਨਾਂ ਦੇ ਸਾਰਾ ਇਤਿਹਾਸ ਜਿਹੜਾ ਗੁਰੂ ਸਾਹਿਬ ਦਾ ਸੰਬੰਧ ਦਾ ਦੱਸਣਾ, ਇਹ ਸਭ ਤੋਂ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਰਸੇ ਨਾਲ ਜੋੜਨਾ ਬੜਾ ਜ਼ਰੂਰੀ ਹੈ। ਵੀਰ ਜੀ ਨੇ ਨਿਚੋੜ ਜੋ ਕੱਢਿਆ, ਤਾਂ ਸਾਧ ਸੰਗਤ ਤੇ ਠੀਕ ਹੈ ਕਿ ਬੱਚਿਆਂ ਨੂੰ ਗੁਰਦੁਆਰੇ ਲਿਜਾਣਾ ਚਾਹੀਦਾ, ਪਰ ਕੇਵਲ ਲੈ ਕੇ ਜਾਣਾ ਗੁਰਦੁਆਰੇ ਹੀ ਕਾਫੀ ਨਹੀਂ ਹੈ ਵੀ ਉੱਥੇ ਗਏ, ਲੰਗਰ ਦੀ ਸੇਵਾ ਕੀਤੀ ਜਾਂ ਲੰਗਰ ਛਕਿਆ, ਕੀਰਤਨ ਸੁਣਿਆ ਤੇ ਆ ਗਏ। ਉਹ ਵੀ ਜ਼ਰੂਰੀ ਹੈ, ਪਰ ਕੇਵਲ ਉਹਨਾਂ ਗੱਲ ਨਹੀਂ ਬਣਨੀ ਜਿੰਨਾ ਚਿਰ, ਜਿਵੇਂ ਹੁਣ ਦੱਸਿਆ ਵੀਰ ਜੀ ਨੇ, ਆਪਣੇ ਬੱਚਿਆਂ ਨੂੰ ਅਸੀਂ ਪੂਰਾ ਇਤਿਹਾਸ ਨਹੀਂ ਸਮਝਾਉਂਦੇ। ਉਹਦੇ ਲਈ ਠੀਕ ਹੈ ਕਿ ਜੇ ਉਹਨੇ ਦੱਸਿਆ ਕਿ ਪਹਿਲੇ ਆਪ ਸਿੱਖੀਏ ਤੇ ਬੱਚਿਆਂ ਨੂੰ ਦੱਸੀਏ। ਬੜੀ ਵਧੀਆ ਉਹਨਾਂ ਨੇ ਗੱਲ ਕੀਤੀ ਹੈ, ਕੈਲੰਡਰ ਤਿਆਰ ਕੀਤਾ ਜਾਏ। ਜੇ ਸਾਡੇ ਸਾਹਮਣੇ ਕੈਲੰਡਰ ਹੋਵੇ, ਅਸੀਂ ਬੱਚਿਆਂ ਨੂੰ ਕਹੀਏ ਬੇਟਾ ਅੱਜ 27 ਦਸੰਬਰ ਹੈ, ਆ ਦੇਖ ਅੱਜ ਜਿਹੜੇ ਗੁਰੂ ਮਹਾਰਾਜ ਦੇ 2 ਛੋਟੇ ਲਖਤੇ ਜਿਗਰ ਸਨ, ਉਹਨਾਂ ਨੂੰ ਜਿਸ ਤੇ ਸ਼ਹੀਦ ਕੀਤਾ ਗਿਆ। ਮੈਂ ਵੀਰ ਦਵਿੰਦਰ ਸਿੰਘ ਉਹਨਾਂ ਦੀ ਇੱਕ ਸੁਣ ਰਿਹਾ ਸਾਂ ਰਿਕਾਰਡਿੰਗ, ਉਹ 'ਚ ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਨੀਹਾਂ ਚੁਣਨ ਤੋਂ ਪਹਿਲੇ ਉਹਨਾਂ ਦੇ ਨਹੁੰ ਸਾੜੇ ਗਏ, ਉਹਨਾਂ ਨੂੰ ਗੁਲੇਲੇ ਮਾਰੇ ਗਏ। ਤੇ ਫਿਰ ਇਹ ਵੀ ਆਪਾਂ ਨੂੰ ਪਤਾ ਵੀ ਜਿਸਲੇ ਕੰਧ ਉਸਾਰੀ ਹੋ ਰਹੀ ਸੀ
ਤਾਂ ਗੋਡਿਆਂ ਤੱਕ ਆਈ ਤੇ ਗੋਡੇ ਛਿੱਲ ਦਿਓ, ਮਤਲਬ ਲੇਟ ਨਹੀਂ ਤੋੜਨੀ, ਗੋਡੇ ਛਿੱਲ ਦਿਓ। ਮਤਲਬ ਇੰਨੇ ਜ਼ਬਰਦਸਤ ਤਸੀਹੇ ਦੇ ਕੇ ਉਹ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਇਹ ਕਹਾਣੀਆਂ ਜਿਹੜੀਆਂ ਨੇ ਆਪਾਂ ਆਉਣ ਵਾਲੀ ਪਨੀਰੀ ਨੂੰ ਸੁਣਾਈਏ। ਜਿਸ ਵੇਲੇ ਇੱਕ ਵਾਰੀ ਇਹੋ ਜਿਹੀ ਕਹਾਣੀ ਸੁਣ ਲੈਣਗੇ ਤੇ ਉਹਨਾਂ ਦੇ ਮਨ ਤੇ ਬਹੁਤ ਡੂੰਘਾ ਅਸਰ ਹੋਏਗਾ। ਪਤਾ ਲੱਗੇਗਾ ਕਿ ਸਾਡਾ ਵਿਰਸਾ ਕਿੰਨਾ ਮਹਾਨ ਹੈ, ਸਾਡੇ ਪੁਰਖੇ ਕਿੰਨੇ ਮਹਾਨ ਸਨ, ਜਿਨ੍ਹਾਂ ਨੂੰ ਜਾਨ ਦੀ ਕੋਈ ਪਰਵਾਹ ਨਹੀਂ ਸੀ। ਜਾਏ ਮੇਰੀ ਸਿਰ ਜਾਏ ਤੇ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਸੋ ਲੋੜ ਹੈ ਕਿ ਸਾਨੂੰ ਖਾਸ ਕਰਕੇ ਜਿਹੜਾ ਦਸੰਬਰ ਦਾ ਦੂਜਾ ਹਫ਼ਤਾ ਹੁੰਦਾ ਹੈ, ਤੁਸੀਂ ਦੇਖੋ ਵੀ ਹਰ ਰੋਜ਼ ਕੋਈ ਨਾ ਕੋਈ ਘਟਨਾ, ਵੀ ਅੱਜ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ, ਅੱਜ ਸਰਸਾ ਨਦੀ ਤੇ ਕੱਢੇ ਤੇ ਕੀ ਹੋਇਆ, ਉਸ ਤੋਂ ਬਾਅਦ ਕਿਵੇਂ ਪਰਿਵਾਰ ਵਿਛੋੜਾ ਹੋ ਗਿਆ, ਫਿਰ ਮਹਾਰਾਜ ਕਿਵੇਂ ਰੋਪੜ ਪਹੁੰਚੇ ਨੇ, ਫਿਰ ਮਹਾਰਾਜ ਚਮਕੌਰ ਪਹੁੰਚੇ ਨੇ, ਫਿਰ ਸਾਹਿਬਜ਼ਾਦੇ ਦੀ ਸ਼ਹੀਦੀ, ਗੁਰੂ ਮਹਾਰਾਜ ਦਾ ਮਾਛੀਵਾੜੇ ਜਾਣਾ, ਦੂਸਰੇ ਪਾਸੇ ਛੋਟੇ ਸਾਹਿਬਜ਼ਾਦਿਆਂ ਦਾ ਮੋਰਿੰਡੇ ਥਾਣੇ ਵਿੱਚ ਕੈਦ ਕਰਨਾ, ਫਿਰ ਉਹਨਾਂ ਨੂੰ ਬੜੇ ਤਸੀਹੇ ਦੇ ਕੇ ਉਹਨਾਂ ਨੂੰ ਘੋੜਿਆਂ ਤੇ ਜਿਵੇਂ ਸਮਾਨ ਲੱਦੀਦਾ ਉਸ ਤਰ੍ਹਾਂ ਬੋਰਿਆਂ 'ਚ ਪਾ ਕੇ ਲੱਦ ਕੇ ਤੇ ਮਾਤਾ ਜੀ ਨੂੰ ਮੂੰਹ ਬੰਨ੍ਹ ਕੇ, ਉਹ ਕਹਿੰਦੇ ਜਿਹੜਾ ਮੂੰਹ ਬੰਨਿਆ ਉਹ 'ਚ ਕੱਪੜੇ 'ਚ ਮਿਰਚਾਂ ਪਈਆਂ ਸੀ, ਮਿਰਚਾਂ ਵਾਲੇ ਕੱਪੜੇ ਨਾਲ ਮੂੰਹ ਬੰਨ੍ਹ ਕੇ ਉਸ 85-90 ਸਾਲ ਦੇ ਮਾਤਾ ਜੀ ਨੂੰ ਜਿਸ ਵੇਲੇ ਮੋਰਿੰਡੇ ਤੋਂ ਸਰਹੰਦ ਲੈ ਆਏ ਹੋਵੇ, ਤੁਸੀਂ ਦੇਖੋ ਕਿੰਨਾ ਅਣਮਨੁੱਖੀ ਅਤਿਆਚਾਰ ਹੈ ਔਰ ਸਾਨੂੰ ਆਪ ਹੀ ਨਹੀਂ ਪਤਾ। ਇਸ ਕਰਕੇ ਪੂਰੀ ਸਾਨੂੰ ਪੜ੍ਹਨ ਦੀ ਲੋੜ ਹੈ। ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਫਿਰ ਉਸ ਤੋਂ ਬਾਅਦ ਕਿਵੇਂ ਕਚਹਿਰੀ 'ਚ ਪੇਸ਼ੀਆਂ ਹੁੰਦੀਆਂ ਨੇ, ਕਿਵੇਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਫਿਰ ਉਸ ਤੋਂ ਬਾਅਦ ਕਿਵੇਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ, ਟੋਡਰਮਲ ਨੇ ਕਿੰਨੀ ਕੁਰਬਾਨੀ ਕੀਤੀ, ਸਾਰੀਆਂ ਗੱਲਾਂ ਜਿਸ ਅਸੀਂ ਡੇ ਬਾਈ ਡੇ ਦੱਸਾਂਗੇ। ਇਹ ਤਾਂ ਹਰ ਰੋਜ਼ ਆਉਂਦੀਆਂ ਨੇ ਤੇ ਆਪਾਂ 5 ਮਿੰਟ ਲਾ ਕੇ ਆਪਣੇ ਬੱਚਿਆਂ ਨੂੰ ਹਰ ਰੋਜ਼ ਦੱਸੀ ਵੀ ਅੱਜ ਕੀ ਹੋਇਆ, ਅੱਜ ਕੀ ਹੋਇਆ। ਤੋ ਇਹ ਜਿਨ੍ਹਾਂ ਨੇ ਸਵਾਲ ਭੇਜਿਆ ਉਹਨਾਂ ਦਾ ਵੀ ਧੰਨਵਾਦ ਹੈ, ਵੀਰ ਹਰਜੀਤ ਸਿੰਘ ਦਾ ਵੀ ਧੰਨਵਾਦ ਹੈ। ਔਰ ਬੇਨਤੀ ਹੈ ਕਿ ਕੇਵਲ ਗੱਲਾਂ ਅਸੀਂ ਕਹਿਣ ਤੱਕ ਤੇ ਸੁਣਨ ਤੱਕ ਨਾ ਰੱਖੀਏ, ਇਹਨਾਂ ਨੂੰ ਅਮਲੀ ਜਾਮਾ ਅਪਣਾਈਏ। ਜੇ ਸਾਨੂੰ ਠੀਕ ਲੱਗਦੀਆਂ ਨੇ, ਆਪਾਂ ਸਾਰੇ ਮਤਲਬ ਵੀ ਬੈਠੇ ਹਾਂ, ਜੇ ਠੀਕ ਲੱਗਦੀਆਂ ਨੇ ਤੇ ਫਿਰ ਇਹਨਾਂ ਨੂੰ ਕੇਵਲ ਕਰਨ ਨਾਲ ਗੱਲ ਨਹੀਂ ਬਣਨੀ, ਇਹਨਾਂ ਨੂੰ ਅਖਤਿਆਰ ਕਰਨ ਦੇ ਨਾਲ ਗੱਲ ਬਣਨੀ ਹੈ। ਤੋ ਆਸ ਹੈ ਸਾਧ ਸੰਗਤ ਤੇ ਆਪ ਜੀ ਸਾਰੇ ਇਸ ਪਾਸੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਸਾਧ ਸੰਗਤ ਜੀ ਸਮਾਂ ਦੌੜ ਰਿਹਾ। ਅਗਲਾ ਸਵਾਲ ਜਿਹੜਾ ਹੈ ਇਹ ਵੀਰ ਅਕਾਲਜੋਤ ਸਿੰਘ ਵੱਲੋਂ ਆਇਆ ਤੇ ਉਹਨਾਂ ਨੇ ਇੱਕ ਗੁਰਬਾਣੀ ਦੀ ਤੁਕ ਦੱਸੀ ਹੈ ਕਿ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁਨ ਕੀ ਫਿਰ ਤੋਟ ਨਾ ਆਵੇ। ਉਹਨਾਂ ਨੇ ਤੁਕ ਦੇਖ ਕੇ ਤੇ ਜਿਹੜੀ ਅਗਲੀ ਗੱਲ ਕਹੀ ਹੈ, ਬੜੀ ਇੱਕ ਕੌੜੀ ਸਚਾਈ ਇਸ ਨੌਜਵਾਨ ਨੇ ਲਿਖੀ ਹੈ। ਉਹ ਕਹਿੰਦੇ ਨੇ ਵੀ ਉਪਰੋਕਤ ਤੁਕ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਭੇਟਾਵਾਂ ਦੀ ਗੱਲ ਕੀਤੀ ਹੈ, ਪਰ ਅਸੀਂ ਦੂਜੇ ਪਾਸੇ ਆਖਦੇ ਹਾਂ ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਤੇ ਗੁਰਦੁਆਰਿਆਂ ਤੇ ਮਾਰਬਲ ਲਾਉਣਾ, ਸੋਨਾ ਚੜਾਉਣਾ, ਇਹਦੀ ਥਾਂ ਤੇ ਸਕੂਲ ਕਾਲਜ ਖੋਲ੍ਹਣੇ, ਹਸਪਤਾਲ ਖੋਲ੍ਹਣੇ ਤੇ ਪੰਥਕ ਸੁਧਾਰ ਦੇ ਕੰਮਾਂ ਲਈ ਮਾਇਆ ਕਿਉਂ ਨਹੀਂ ਲਾਈ ਜਾਂਦੀ। ਇਹ ਬੜਾ ਅਹਿਮ ਹੈ ਸਵਾਲ, ਔਰ ਮੈਂ ਬੇਨਤੀ ਕੀਤੀ, ਬੜੀ ਕੌੜੀ ਸੱਚਾਈ ਹੈ ਜਿਹੜੀ ਅੱਜ ਕੱਲ੍ਹ ਅਸੀਂ ਪੀ ਰਹੇ ਹਾਂ। ਤਾਂ ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਬਈ ਇਹਨਾਂ ਤੁਕਾਂ ਦਾ ਸਾਨੂੰ ਸ਼ਾਰਟ ਜਿਹਾ ਭਾਵ ਵੀ ਸਮਝਾ ਦਿਓ, ਤੇ ਜਿਹੜੀ ਉਹਨਾਂ ਨੇ ਤੋਖਲਾ ਪ੍ਰਗਟ ਕੀਤਾ ਹੈ ਉਹਦੇ ਬਾਰੇ ਵੀ ਆਪਣੇ ਵਿਚਾਰ ਦੱਸੋ ਜੀ ਵੀਰ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਕਿਸੇ ਗੁਰਬਾਣੀ ਦੀ ਪੰਕਤੀ ਬਾਰੇ ਸਵਾਲ ਆਉਂਦਾ ਹੈ, ਅਸੀਂ ਹਰ ਵਾਰੀ ਹੀ ਇਸ ਗੱਲ ਦੀ ਬੇਨਤੀ ਕਰਦੇ ਹਾਂ ਕਿ ਪੰਕਤੀਆਂ ਨੂੰ ਸਿਰਫ ਇਕੱਲਿਆਂ ਹੀ ਵਿਚਾਰਨਾ ਸਫੀਸ਼ੀਐਂਟ ਨਹੀਂ ਹੁੰਦਾ। ਜਿਸ ਸ਼ਬਦ ਵਿੱਚ ਉਹ ਪੰਕਤੀਆਂ ਆਈਆਂ ਨੇ, ਉਸ ਸ਼ਬਦ ਦੇ ਰਹਾਉ ਦੇ ਬੰਦ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਦੇ ਅਰਥ ਕੀਤੇ ਜਾਂਦੇ ਨੇ। ਉਹ ਇਸ ਸ਼ਬਦ ਜਿਹੜਾ ਹੁਣ ਆਪ ਦੇ ਸਾਹਮਣੇ ਸਕਰੀਨ ਤੇ ਨਜ਼ਰ ਆ ਰਿਹਾ ਹੈ, ਰਹਾਉ ਦੀ ਪੰਕਤੀ ਹੈ, ਸਤਿਗੁਰ ਹਰ ਹਰ ਨਾਮ ਦ੍ਰਿੜਾਵੈ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਭੋਜਲ ਜਗਤ ਧਰਾਵੈ। ਉਹ ਇੱਥੋਂ ਇਹ ਸਪਸ਼ਟ ਹੈ ਕਿ ਜੋ ਇਸ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਇਸ ਸ਼ਬਦ ਵਿੱਚ ਮੁੱਖ ਤੌਰ ਤੇ ਸਤਿਗੁਰ ਦੀ ਵਡਿਆਈ ਬਿਆਨ ਕੀਤੀ ਗਈ ਹੈ ਕਿ ਸਤਿਗੁਰ ਹੀ ਇੱਕ ਐਸਾ ਵਿਅਕਤੀ ਹੈ ਜਿਹੜਾ ਸਾਡਾ ਪ੍ਰਮਾਤਮਾ ਦੇ ਨਾਲ ਮੇਲ ਕਰਵਾ ਸਕਦਾ ਹੈ, ਸਾਡਾ ਪ੍ਰਮਾਤਮਾ ਦੇ ਨਾਲ ਜੋੜ ਸਕਦਾ ਹੈ, ਜਿਹੜਾ ਸਾਡੇ ਇਸ ਭਵਜਲ ਸੰਸਾਰ ਤੋਂ ਪਾਰ ਹੋਣ ਵਾਸਤੇ ਜ਼ਰੂਰੀ ਸਾਡੇ ਜੀਵਨ ਦਾ ਜੋ ਮਨੋਰਥ ਹੈ। ਔਰ ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਸਤਿਗੁਰ ਹਰ ਹਰ ਨਾਮ ਦ੍ਰਿੜਾਵੈ। ਸਤਿਗੁਰ ਹੀ ਹੈ ਜਿਹੜਾ ਉਸ ਪਰਮਾਤਮਾ ਦਾ ਨਾਮ ਇਨਸਾਨ ਨੂੰ ਦ੍ਰਿੜ ਕਰਵਾਉਂਦਾ ਹੈ। ਇਸ ਲਈ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਸੰਬੋਧਨ ਕਰਕੇ ਕਹਿੰਦੇ ਹਨ, ਹੇ ਮੇਰੇ ਭਰਾ ਗੁਰੂ ਕੇ ਸਿੱਖ, ਤੁਸੀਂ ਵੀ ਹਰ ਬੋਲੋ, ਹਰ ਵੇਲੇ ਹਰੀ ਦੇ ਨਾਮ ਨੂੰ ਆਪਣੇ ਧਿਆਨ 'ਚ ਰੱਖੋ। ਇਹ ਹਰੀ ਦਾ ਨਾਮ ਹੀ ਹੈ ਜੋ ਇਸ ਭਵਜਲ ਜਗਤ ਤੋਂ ਤੁਹਾਨੂੰ ਪਾਰ
ਕਰ ਸਕਦਾ ਹੈ। ਹੁਣ ਬਾਕੀ ਦੇ ਪਦਿਆਂ ਦੇ ਅੰਦਰ ਉਸ ਗੁਰੂ ਦੀ ਸਿੱਖਿਆ ਨੂੰ ਅਪਣਾਉਣ ਵਾਸਤੇ, ਉਹਨੂੰ ਜੀਵਨ ਦੇ ਵਿੱਚ ਇਸਤੇਮਾਲ ਕਰਕੇ ਤੇ ਪ੍ਰਭੂ ਦੇ ਨਾਲ ਪਿਆਰ ਦਾ ਰਿਸ਼ਤਾ ਜੋੜਨ ਵਾਸਤੇ ਜੋ ਚੀਜ਼ਾਂ ਜ਼ਰੂਰੀ ਹਨ, ਉਹ ਦ੍ਰਿੜ ਕਰਵਾਈਆਂ ਗਈਆਂ ਹਨ। ਪਹਿਲੇ ਪਦੇ 'ਚ ਕਹਿੰਦੇ ਹਨ ਕਿ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੈ, ਹਰ ਜਨ ਕੋ ਹਰ ਦੀਨ ਵਡਾਈ, ਹਰ ਜਨ ਹਰ ਕਾਰੈ ਲਾਵੈ। ਉਹ ਇਹਦੇ ਵਿੱਚ ਕਹਿੰਦੇ ਹਨ ਕਿ ਜਿਹੜਾ ਵੀ ਗੁਰੂ ਨੂੰ ਪੂਜਦਾ ਹੈ, ਪ੍ਰਭੂ ਨੇ ਜਿਤਨੇ ਜੀਵ ਵੀ ਸੂਖਮ ਤੇ ਸਥੂਲ ਰੂਪ ਵਿੱਚ ਪੈਦਾ ਕੀਤੇ ਹਨ, ਹਰੇਕ ਜੀਵ ਦੇ ਸਿਰ ਦੇ ਉੱਤੇ ਉਹਦੇ ਜੋ ਕਰਮ ਕਰਨ ਵਾਲੀ ਜੋ ਕਾਰ ਹੈ ਉਹ ਧੁਰੋਂ ਲਿਖੀ ਹੁੰਦੀ ਹੈ। ਇਹ ਜਿਹੜਾ ਸੇਵਕ ਹੈ ਹਰੀ ਦਾ, ਉਸਨੂੰ ਪਰਮਾਤਮਾ ਨੇ ਵਡਿਆਈ ਦਿੱਤੀ ਹੈ ਕਿ ਉਸਨੂੰ ਉਹ ਆਪਣੇ ਨਾਮ ਜਪਣ ਵਾਲੇ ਪਾਸੇ ਲਗਾ ਲੈਂਦਾ ਹੈ। ਉਹ ਇਹ ਗੱਲ ਇਸ ਪੱਖ ਤੋਂ ਸਮਝਾਈ ਗਈ ਹੈ ਕਿ ਕੋਈ ਇਨਸਾਨ ਜਿਹੜਾ ਪਰਮਾਤਮਾ ਦਾ ਨਾਮ ਜਪਣ ਵਾਲਾ ਹੋਵੇ, ਉਹ ਕਿਧਰੇ ਇਸ ਭਰਮ ਵਿੱਚ ਨਾ ਪੈ ਜਾਵੇ ਕਿ ਭਈ ਮੈਂ ਕੋਈ ਬਹੁਤ ਵੱਡਾ ਕੰਮ ਆਪਣੀ ਸਿਆਣਪ ਨਾਲ ਕੀਤਾ ਹੈ। ਪਰਮਾਤਮਾ ਦਾ ਨਾਮ ਜਪਣਾ ਵੀ ਜਿਹੜਾ ਹੈ ਉਹ ਪਰਮਾਤਮਾ ਦੀ ਬਖਸ਼ਿਸ਼ ਸਦਕਾ ਹੀ ਮੁਮਕਿਨ ਹੁੰਦਾ ਹੈ। ਇਹ ਸੇਧ ਗੁਰੂ ਦੇ ਪਾਸੋਂ ਮਿਲਦੀ ਹੈ ਤੇ ਗੁਰੂ ਨਾਲ ਮਿਲਾਪ ਪਰਮਾਤਮਾ ਦੀ ਬਖਸ਼ਿਸ਼ ਸਦਕਾ ਹੁੰਦਾ ਹੈ। ਅਗਲੇ ਪਦੇ 'ਚ ਕਹਿੰਦੇ ਹਨ ਕਿ ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਭਾਵੈ। ਉਹ ਕਿਉਂਕਿ ਪਰਮਾਤਮਾ ਆਪ ਹੀ ਗੁਰੂ ਦੇ ਨਾਲ ਮਿਲਾਪ ਕਰਾਂਦਾ ਹੈ ਤੇ ਗੁਰੂ ਦੀ ਸਿੱਖਿਆ ਦੇ ਅਧੀਨ ਹੀ ਇਨਸਾਨ ਪਰਮਾਤਮਾ ਦਾ ਨਾਮ ਜਪਣ ਜੋਗਾ ਹੁੰਦਾ ਹੈ। ਤਾਂ ਇਸ ਲਈ ਗੁਰੂ ਦਾ ਸਤਿਕਾਰ, ਗੁਰੂ ਦੀ ਸੇਵਾ ਕਰਨੀ ਹਰ ਇਨਸਾਨ ਵਾਸਤੇ ਜ਼ਰੂਰੀ ਹੈ, ਤਾਂ ਹੀ ਮਨ ਦੇ ਵਿੱਚ ਗੁਰੂ ਦੀ ਸਿੱਖਿਆ ਦ੍ਰਿੜ ਹੁੰਦੀ ਹੈ। ਤੇ ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਭਾਵੈ। ਜਿਹੜਾ ਵੀ ਇਨਸਾਨ ਗੁਰੂ ਦਾ ਸਤਿਕਾਰ ਕਰਦਾ ਹੈ, ਉਹਦੀ ਚਰਨ ਸ਼ਰਨ ਵਿੱਚ ਰਹਿ ਕੇ ਉਹਦੇ ਦਿੱਤੇ ਹੋਏ ਉਪਦੇਸ਼ ਨੂੰ ਦਿਲੋਂ ਮਨੋਂ ਪ੍ਰਵਾਨ ਕਰਦਾ ਹੈ, ਉਹ ਜਨ ਮੇਰੇ ਪ੍ਰਭੂ ਨੂੰ ਹੀ ਪਾਉਂਦਾ ਹੈ। ਤੋ ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਤਰਾਵੈ। ਤੋ ਇਸ ਲਈ ਸਤਿਗੁਰੂ ਦੇ ਜਿਹੜੇ ਸੇਵਾ ਕਰਨੀ ਹੈ, ਇਹ ਆਪਣੇ ਆਪ ਵਿੱਚ ਹੀ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਜ਼ਰੂਰੀ ਹੈ। ਤੇ ਪਰਮਾਤਮਾ ਨੂੰ ਵੀ ਚੰਗਾ ਲੱਗਦਾ ਹੈ ਜੇ ਕੋਈ ਸਿੱਖ ਜਿਹੜਾ ਹੈ ਆਪਣੇ ਗੁਰੂ ਨੂੰ, ਗੁਰੂ ਦੀ ਸੇਵਾ ਕਰਕੇ ਗੁਰੂ ਦਾ ਆਗਿਆਕਾਰੀ ਬਣਦਾ ਹੈ। ਤੀਸਰਾ ਪਦਾ ਹੈ ਭਰਮ ਭੂਲੇ ਅਗਿਆਨੀ ਅੰਧਲੇ, ਭ੍ਰਮ ਭ੍ਰਮ ਫੂਲ ਤੁਰਾਵੈ, ਨਿਰਜਿਓ ਪੂਜੈ ਮੜਾ ਸਰੇਵੈ, ਸਭ ਬਿਰਥੀ ਕਾਲ ਗਵਾਵੇ। ਪਰ ਬਜਾਏ ਗੁਰੂ ਦੀ ਸ਼ਰਨ ਵਿੱਚ ਪੈਣ ਦੇ ਜਗਤ ਵਿੱਚ ਐਸੇ ਅਨੇਕਾਂ ਗਿਆਨੀ ਅੰਧਲੇ ਬੰਦੇ ਹਨ ਜਿਹੜੇ ਮੂਰਤੀ ਪੂਜਾ ਆਦਿ ਕਰਮ ਕਾਂਡਾਂ ਦੇ ਵਿੱਚ ਪੈ ਕੇ ਆਪਣਾ ਜੀਵਨ ਜਿਹੜਾ ਵਿਅਰਥ ਗਵਾ ਲੈਂਦੇ ਹਨ। ਉਹ ਜਿਵੇਂ ਅਗਲੀ ਪੰਕਤੀ 'ਚ ਲਿਖਿਆ ਕਿ ਨਿਰਜੀਓ ਪੂਜਾ, ਆਪ ਮੂਰਤੀ ਦੀ ਪੂਜਾ ਕਰਦੇ ਹਨ। ਮੜਾ ਸਰੇਵੈ, ਜਿਵੇਂ ਮੜੀਆਂ ਤੇ ਕਬਰਾਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਕਿ ਸਭ ਬਿਰਥੀ ਕਾਲ ਗਵਾਵੇ। ਉਹਨਾਂ ਦੇ ਕੀਤੇ ਹੋਏ ਸਾਰੇ ਯਤਨ ਵਿਅਰਥ ਜਾਂਦੇ ਹਨ, ਕਿਉਂਕਿ ਇਹਨਾਂ ਕੰਮਾਂ ਦੇ ਨਾਲ ਪਰਮਾਤਮਾ ਦੀ ਪ੍ਰਸੰਨਤਾ ਨਹੀਂ ਮਿਲਦੀ, ਪਰਮਾਤਮਾ ਦੇ ਨਾਲ ਪਿਆਰ ਦਾ ਸੰਬੰਧ ਨਹੀਂ ਜੁੜਦਾ। ਤਾਂ ਜੋ ਜੀਵਨ ਦਾ ਅਸਲ ਮਨੋਰਥ ਹੈ, ਉਸ ਪਾਸੇ ਕੋਈ ਤਰੱਕੀ ਨਹੀਂ ਹੁੰਦੀ। ਤਾਂ ਇਸ ਲਈ ਗੁਰੂ ਦੀ ਸਿੱਖਿਆ ਦੇ ਉੱਤੇ ਅਮਲ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜੋ ਅਗਲੇ ਪਦੇ 'ਚ ਹੁਣ ਗੱਲ ਸਪਸ਼ਟ ਕੀਤੀ ਹੈ ਕਿ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ, ਹਰ ਹਰ ਕਥਾ ਸੁਣਾਵੈ, ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ, ਬਹੁ ਬਿਦ ਸਤ ਕਰ ਮੁਖ ਸੰਚੋ, ਤਿਸ ਪੁਨ ਕੀ ਫਿਰ ਤੋਟ ਨਾ ਆਵੇ। ਇਸ ਪਦੇ 'ਚ ਹੁਣ ਗੱਲ ਇਹ ਸਪਸ਼ਟ ਕੀਤੀ ਹੈ ਕਿ ਗੁਰੂ ਜਿਹੜਾ ਹੈ ਉਸਨੇ ਆਪ ਪਰਮਾਤਮਾ ਦੀ ਪਛਾਣ ਕੀਤੀ ਹੋਈ ਹੈ। ਪਰਮਾਤਮਾ ਨਾਲ ਉਹਦਾ ਆਪਣਾ ਸੰਬੰਧ ਅੱਠੇ ਪੈਰ ਬਣਿਆ ਰਹਿੰਦਾ ਹੈ। ਤਾਂ ਐਸਾ ਹੀ ਗੁਰੂ ਹੈ ਜੋ ਆਪ ਪਰਮਾਤਮਾ ਨੂੰ ਜਾਣਦਾ ਪਛਾਣਦਾ ਹੈ ਤੇ ਉਸ ਪਰਮਾਤਮਾ ਦੀ ਕਥਾ ਵੀ ਸੁਣਾਉਂਦਾ ਹੈ, ਭਾਵ ਉਹਦੀ ਵਡਿਆਈਆਂ ਦੇ ਨਾਲ ਸਾਨੂੰ ਜੋੜਦਾ ਹੈ। ਤਾਂ ਐਸੇ ਪੂਰਨ ਸਤਿਗੁਰੂ ਦੀ ਜਿੰਨੀ ਸੇਵਾ ਕੀਤੀ ਜਾਏ ਉਨੀ ਥੋੜੀ ਹੈ। ਇਸ ਕਰਕੇ ਉਸ ਗੁਰੂ ਦੇ ਉਪਦੇਸ਼ ਦੇ ਅੰਦਰ ਵਿਸ਼ਵਾਸ ਰੱਖਣ ਵਾਸਤੇ, ਉਹਦੇ ਨਾਲ ਦ੍ਰਿੜਤਾ ਦੇ ਨਾਲ ਉਹਦੇ ਤੇ ਪਹਿਰਾ ਦੇਣ ਵਾਸਤੇ ਇਹ ਜ਼ਰੂਰੀ ਹੈ ਕਿ ਉਹਦੀ ਸ਼ਰਨ ਵਿੱਚ ਉਹਦੀ ਗੱਲ ਨੂੰ ਮੰਨਿਆ ਜਾਵੇ ਔਰ ਉਹਦੀ ਸੇਵਾ ਵੀ ਕੀਤੀ ਜਾਵੇ। ਤਾਂ ਇਸ ਪੱਖ ਤੋਂ ਫਿਰ ਅਗਲੀ ਪੰਕਤੀ ਕਹਿੰਦੀ ਹੈ ਕਿ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ, ਬਹੁ ਵਿਧ, ਭਾਵ ਬਹੁਤ ਤਰੀਕਿਆਂ ਦੇ ਨਾਲ, ਹਰ ਪੋਸੀਬਲ ਤਰੀਕੇ ਦੇ ਨਾਲ ਐਸੇ ਗੁਰੂ ਦੀ ਸੇਵਾ ਕੀਤੀ ਜਾਵੇ ਜਿਹੜਾ ਗੁਰੂ ਹਰੀ ਦੀ ਗੱਲ ਸੁਣਾਉਂਦਾ ਹੈ,
तो ਉਹਨੂੰ ਉਹਦੀ ਫਿਰ ਜਿਹੜੀ ਸੇਵਾ ਕੀਤੀ ਜਾਏ ਤਾਂ ਉਸ ਕੀਤੀ ਹੋਈ ਸੇਵਾ ਦੇ ਵਿੱਚ ਕਦੀ ਤੋਟ ਨਹੀਂ ਆਉਂਦੀ, ਕਿਉਂਕਿ ਗੁਰੂ ਪ੍ਰਸੰਨ ਹੁੰਦਾ ਹੈ ਤੇ ਗੁਰੂ ਸਾਨੂੰ ਫਿਰ ਹੋਰ ਪ੍ਰਮਾਤਮਾ ਦੇ ਨੇੜੇ ਕਰਦਾ ਹੈ। ਜਿਹੜਾ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ ਹੈ ਉਹਦਾ ਮਾਨੋ ਜੀਵਨ ਦਾ ਸਫ਼ਰ ਸਫਲ ਹੋ ਜਾਂਦਾ ਹੈ, ਉਹ ਮਾਇਆ ਦੇ ਵਿਕਾਰਾਂ ਤੋਂ ਉੱਚਾ ਉੱਠ ਜਾਂਦਾ ਹੈ। तो ये जो भावार्थ है इस पंक्ति का कि गुरु हरि की कथा सुनाने वाला है, वो सानू ਜਿਹੜੇ ਕਰਮ ਕਾਂਡਾਂ ਤੋਂ ਬਚਾਉਂਦਾ ਹੈ, ਮੜੀਆਂ ਤੇ ਆਪਣਾ ਪੱਥਰ ਪੂਜਾ ਤੋਂ ਬਚਾਉਂਦਾ ਹੈ, ਪ੍ਰਭੂ ਦੀ ਗੱਲ ਆਪ ਸਮਝ ਕੇ ਸਾਨੂੰ ਸਮਝਾਉਂਦਾ ਹੈ। तो ऐसे गुरु की सेवा करनी, ਉਹਦੇ 'ਚ ਪੂਰਨ ਭਰੋਸਾ ਰੱਖਣਾ ਹਰ ਜੀਵ ਦਾ ਫਰਜ਼ ਹੈ। तो ਉਹ ਕੀਤੀ ਹੋਈ ਕਾਲ ਕਿਸੇ ਦੀ ਵੀ ਅਜਾਈ ਨਹੀਂ ਜਾਏਗੀ। ਅਖੀਰ ਦੇ ਵਿੱਚ ਫਿਰ ਗੱਲ ਇੱਥੇ ਸਮਾਪਤ ਕਰਦੇ ਹਨ ਕਿ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ। ਕਿ ਸਤਿਗੁਰ ਤਾਂ ਆਪ ਹੀ ਹਰੀ ਦੀ ਪ੍ਰਤੱਖ ਮੂਰਤ ਹੈ। ਗੁਰੂ ਵਿੱਚ ਔਰ ਪਰਮੇਸ਼ਰ 'ਚ ਕੋਈ ਭਿੰਨ ਭੇਦ ਨਹੀਂ ਹੈ। ਜਿਵੇਂ ਬਾਣੀ 'ਚ ਹੋਰ ਜਗ੍ਹਾ ਵੀ ਆਉਂਦਾ ਹੈ ਕਿ ਗੁਰ ਪਰਮੇਸ਼ਰ ਇੱਕੋ ਜਾਨ। ਤੇ ਗੁਰੂ ਦੇ ਬਚਨ ਜਿਹੜੇ ਹਨ ਉਹ ਪ੍ਰਮਾਤਮਾ ਵੱਲੋਂ ਆਈ ਹੋਈ ਬਾਣੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾਲੋ। ਜਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ। तो गुरु की बाणी, गुरु के अमृत बचन जिहड़े हन वो परमात्मा वालों ही आए हुए, परमात्मा की अपनी ही गल हुंदी है। तो सतगुर देओ प्रतख हर मूरत जो अमृत बचन सुनावे, नानक भाग भले तिस जन के जो हर चरनी चित लावे। तो हर चरनी चित लाने वास्ते गुरु की विचोलगी, गुरु की सिक्ख्या बहुत जरूरी है। गुरु के उपदेश के उत्ते दृढ़ता जरूरी है। उस दृढ़ता के वास्ते गुरु की सेवा, गुरु की शरण जाके ਉਹਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਜ਼ਰੂਰੀ ਹੈ। तो उस पक्षों ये गुरु ਨੂੰ ਭੇਟਾ ਕਰਨੀ, ਗੁਰੂ ਦੀ ਸੇਵਾ ਕਰਨੀ ਹਰ ਤਰੀਕੇ ਦੇ ਨਾਲ। ਉਹ ਜੋ ਸੇਵਾ ਕੀਤੀ ਹੋਈ ਹੈ ਗੁਰੂ ਨੇ ਵੀ ਕੋਈ ਆਪਣੇ ਵਾਸਤੇ ਕੋਈ ਆਪਣੇ ਖਜ਼ਾਨੇ ਨਹੀਂ ਭਰ ਲੈਣੇ। ਗੁਰੂ ਦੇ ਜੋ ਉਪਦੇਸ਼ ਨੇ ਉਹਨਾਂ ਦੇ ਅੰਦਰ ਵੀ ਸਾਰੀ ਸਿੱਖ ਸੰਗਤ ਦੇ ਨਾਲ ਵੰਡ ਛਕਣ ਦਾ ਉਪਦੇਸ਼ ਹੈ। ਰਲ ਮਿਲ ਕੇ ਸਾਰੇ ਜੋ ਜਿਨ੍ਹਾਂ ਦੇ ਕੋਲ ਆਪਣੀ ਜ਼ਰੂਰਤ ਤੋਂ ਜ਼ਿਆਦਾ ਹੈ ਲੋੜਵੰਦਾਂ ਦੇ ਨਾਲ ਵੰਡਣ ਦੀ ਗੱਲ ਹੈ। तो जो गुरु के खजाने जो भी भेटा जाती है वो सारी संगत के भले वास्ते इस्तेमाल होती है। तो ऐसी की हुई सेवा जी है थाएं पैंदी है, वो कभी टोट भी नहीं आती। तो ये इसका भावार्थ इस कंटैक्स्ट में समझना चाहिए है। तो आस है कि गल स्पष्ट हो गई होगी। तो इस करके जोड़े विचार नाल पहला भी पेश किए गए सन कि बई लोड़वंदां दी सहायता, पढ़ाई लिखाई बच्चों के भले वास्ते, उन्होंने रोजगार वास्ते, उन्होंने होर ਜਿਹੜੀ ਸਿਹਤ ਦੀਆਂ ਜ਼ਰੂਰਤਾਂ ਨੇ ਉਹਨਾਂ ਦੇ ਵਾਸਤੇ ਵਰਤਣੇ ਚਾਹੀਦੇ ਹਨ। ਉਹ ਸਾਰੀਆਂ ਗੱਲਾਂ ਹੀ ਗੁਰੂ ਦੀ ਸਿੱਖਿਆ ਦੇ ਅਨੁਕੂਲ ਹਨ। तो ਇਸੇ ਦੇ ਇਹਦੇ ਅੰਦਰ ਸਾਰੀਆਂ ਆ ਜਾਂਦੀਆਂ ਹਨ। तो इतने ही बचन प्रवान करना जी। ਵਾਹਿਗੁਰੂ ਜੀ ਕਾ ਖਾਲਸਾ, ਹਾਂ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਧੰਨਵਾਦ ਜੀ MP ਸਿੰਘ ਜੀ। ਬੇਨਤੀ ਕਰਦੇ ਆ ਕਿ ਜਿਵੇਂ ਇਸ ਵੀਰ ਨੇ ਵੀ ਲਿਖਿਆ ਵੀ ਅਸੀਂ ਭਲੇ ਪਾਸੇ ਜਿਹੜਾ ਮਾਇਆ ਹੈਗੀ ਹੈ ਸਕੂਲਾਂ ਕਾਲਜਾਂ ਹਸਪਤਾਲਾਂ ਲਈ ਲੋੜਵੰਦਾਂ ਦੀ ਸਹਾਇਤਾ ਲਈ ਕਰੀਏ, ਬਿਲਕੁਲ ਠੀਕ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ। ਪਰ ਦੇਖਣ ਵਿੱਚ ਆਉਂਦਾ ਕਿ ਪ੍ਰੈਕਟੀਕਲੀ ਜ਼ਰੂਰ ਇਹ ਜਿਹੜੀ ਇਸ ਸਵਾਲ ਕਰਤਾ ਨੇ ਵੀ ਕੀਤਾ ਔਰ ਬਾਕੀਆਂ ਦੇ ਮਨਾਂ 'ਚ ਵੀ ਆਉਂਦਾ, ਪਰ ਪ੍ਰੈਕਟੀਕਲੀ ਕਾਫੀ ਕੁਝ ਇਹੋ ਜਿਹਾ ਹੋ ਰਿਹਾ ਕਿ ਅਸੀਂ ਇੱਕ ਸੈਂਸ ਆਫ ਕੰਪੀਟੀਸ਼ਨ ਜਿਹੜੀ ਹੈ ਨਾ ਉਹ ਵੀ ਚੱਲ ਪਿਆ ਹੈ। ਗੁਰਦੁਆਰਿਆਂ ਦੇ ਵਿੱਚ ਆਪਾਂ ਵੱਡੀਆਂ ਵੱਡੀਆਂ ਇਮਾਰਤਾਂ ਬਣਾਉਣੀਆਂ ਔਰ ਉੱਤੇ ਬੜੇ ਬੜੇ ਸੋਨੇ ਲਾਉਣੇ। ਦੇਖੋ ਦਰਬਾਰ ਸਾਹਿਬ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਵਾਇਆ, ਪਰ ਉਸ ਤੋਂ ਬਾਅਦ ਇਹ ਇੱਕ ਹੋੜ ਜੀ ਚੱਲ ਪਈ ਹੈ। ਹੁਣ ਪਿਛਲੇ ਕਈ ਸਾਲਾਂ ਤੋਂ ਦਿੱਲੀ ਗੁਰਦੁਆਰਾ ਸਾਹਿਬਾਨ ਦਾ ਵੀ ਇਹ ਆ ਵੀ ਇੱਥੇ ਸੋਨੇ ਲਵਾਏ ਜਾਣ। ਦੇਖੋ ਗੱਲ ਇਹ ਆ ਵੀ ਕੋਈ ਇਹਨੂੰ ਵਿਰੋਧਤਾ ਦੀ ਗੱਲ ਨਹੀਂ ਹੈ, ਪਰ ਇੱਕ ਗੱਲ ਇਹ ਹੈ ਕਿ ਬਿਲਕੁਲ ਜਿਹੜਾ ਗੁਰੂ ਕੀ ਗੋਲਕ ਹੈ ਉਹਨੂੰ ਆਪਾਂ ਕਿਉਂ ਨਾ ਪੰਥਕ ਕਾਰਜਾਂ ਲਈ ਔਰ ਲੋੜਵੰਦਾਂ ਦੀ ਸਹਾਇਤਾ ਲਈ ਵਰਤਿਆ ਜਾਏ। ਹਾਲਾਂਕਿ ਵਰਤੀ ਵੀ ਜਾਂਦੀ ਹੈ, ਇਹ ਨਹੀਂ ਕਿ ਨਹੀਂ ਵਰਤੀ ਜਾਂਦੀ। ਥਾਂ ਥਾਂ ਤੇ ਲੰਗਰ ਲਾਏ ਜਾਂਦੇ ਜਿਵੇਂ ਅੱਜ ਕੱਲ੍ਹ ਜ਼ਰੂਰਤ ਹੈ ਜਾਂ ਹੋਰ ਵੀ ਹੈ। ਪਰ ਮਤਲਬ ਇਹ ਹੈ ਕਿ ਆਪਾਂ ਜੇਕਰ ਸਾਦਗੀ 'ਚ ਰਹਿ ਕੇ ਆਪਾਂ ਉੱਠ ਠੀਕ ਹੈ, ਜਿੰਨਾ ਆਪਾਂ ਨੂੰ ਚਾਹੀਦਾ ਗੁਰਦੁਆਰਾ ਸਾਹਿਬ ਦਾ ਹਾਲ ਵੱਡਾ ਬਣ ਜਾਏ, ਪਰ ਜ਼ਰੂਰੀ ਨਹੀਂ ਵੀ ਉੱਤੇ ਕੀਮਤੀ ਮਾਰਬਲ ਲੱਗੇ ਹੋਣ ਜਾਂ ਕੁਝ ਹੈ। ਉਹ ਜਿਹੜੀ ਮਾਇਆ ਹੈ, ਇਹ ਨੌਜਵਾਨ ਦਾ ਤੋਖਲਾ ਠੀਕ ਹੈ ਕਿ ਉਹ ਮਾਇਆ ਜਿਹੜੀ ਸਾਨੂੰ ਹੋਰ ਜਿਹੜੇ ਪੰਥਕ ਉਸਾਰੀ ਦੇ ਕਾਰਜ ਨੇ ਜਿਹਦੇ 'ਚ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਜਾਂ ਜਿਹੜੇ ਸਾਡੇ ਲੋੜਵੰਦ ਨੇ ਐਜੂਕੇਸ਼ਨ ਤੋਂ ਰਹਿ ਰਹੇ ਨੇ, ਜਿਹਨੂੰ ਸਿੱਖਿਆ ਨਹੀਂ ਪ੍ਰੋਪਰ ਮਿਲ ਰਹੀ, ਉਹਨਾਂ ਬਾਰੇ ਪੈਸੇ ਖਰਚ ਕਰਨੇ ਚਾਹੀਦੇ ਨੇ ਤਾਂ ਜੇ ਕੌਮ ਦਾ ਭਵਿੱਖ ਜਿਹੜਾ ਉਹ ਉਜਲ ਹੋ ਸਕੇ। ਪਰ ਜਿਸ ਤਰ੍ਹਾਂ ਬੇਨਤੀ ਕੀਤੀ ਇੱਕ ਹੋਰ ਹੈ, ਕਈਆਂ ਗੁਰਦੁਆਰਿਆਂ 'ਚ ਮੈਂ ਦੇਖਿਆ ਵੀ ਉੱਥੇ ਸੋਨਾ ਤੇ ਨਹੀਂ ਲੱਗਿਆ, ਪਰ ਉਹਨਾਂ ਨੇ ਗੁੰਬਦ ਦੇ ਉੱਤੇ ਸੋਨੇ ਵਰਗਾ ਰੰਗ ਚੜ੍ਹਾਤਾ
ਉੱਥੋਂ ਮੈਂ ਇੱਕ ਵਾਰੀ ਅੱਗੇ ਵੀ ਗੱਲ ਕੀਤੀ ਸੀ, ਸਾਨੂੰ ਲੱਗਦਾ ਜਿਵੇਂ ਸਾਡੇ ਮਨ 'ਚ ਕੁਝ ਵੀਕਨੈਸ ਹੈ ਬਈ ਸੋਨਾ ਲੱਗਿਆ ਹੋਵੇ ਤੇ ਗੱਲ ਵਧੀਆ। ਤੋ ਇਹ ਨਹੀਂ ਹੋਣੀ ਚਾਹੀਦੀ। ਗੁਰਦੁਆਰੇ ਜਿਹੜੇ ਨੇ ਉਹ ਗੁਰੂ ਦੀ ਬਾਣੀ ਦਾ ਪ੍ਰਚਾਰ ਔਰ ਸਾਨੂੰ ਸਾਡੀਆਂ ਨੈਤਿਕ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਪ੍ਰਚਾਰ ਲਈ ਬਣੇ ਨੇ, ਬਾਕੀ ਕੋਈ ਦਿਖਾਵੇ ਲਈ ਨਹੀਂ। ਤੇ ਜੇਕਰ ਦਿਖਾਵੇ ਲਈ ਕੀਤਾ ਜਾਂਦਾ ਤੇ ਬਿਲਕੁਲ ਠੀਕ ਹੈ, ਨਹੀਂ ਕਰਨਾ ਚਾਹੀਦਾ। ਤੋ ਇੱਕ ਵਾਰੀ ਫੇਰ MP ਸਿੰਘ ਜੀ ਤੁਹਾਡਾ ਧੰਨਵਾਦ, ਤੁਸੀਂ ਸ਼ਬਦ ਦੇ ਵੀ ਪੂਰੇ ਨਾਲ ਅਰਥ ਸਾਨੂੰ ਦੱਸੇ ਨੇ। ਤੋ ਜਿਸ ਤਰ੍ਹਾਂ ਵੀਰ MP ਸਿੰਘ ਨੇ ਕਿਹਾ, ਮੈਂ ਬੇਨਤੀ ਮੇਰਾ ਇੱਕ ਚੈਟ 'ਚ ਇੱਕ ਮੈਸੇਜ ਆਇਆ ਜੀ ਕਿ ਜਿਹੜੇ ਆਤਿਸ਼ਬਾਜ਼ੀ ਔਰ ਫੁੱਲਾਂ ਦੇ ਉੱਤੇ ਲੱਖਾਂ ਕਰੋੜਾਂ ਰੁਪਈਏ ਬਰਬਾਦ ਕੀਤੇ ਜਾਂਦੇ ਨੇ, ਉਹਨਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ। ਬਿਲਕੁਲ ਦਰੁਸਤ ਹੈ ਜੀ। ਮੈਂ ਤੇ ਹੈਰਾਨ ਹੋ ਗਿਆ ਪਿੱਛੇ ਜੇ ਸੁਣ ਕੇ, ਜਿਹਦੇ 'ਚ ਲਿਖਿਆ ਸੀਗਾ ਜੀ ਸ਼ਾਇਦ 15 ਲੱਖ ਕਿ ਕਿੰਨੇ ਇਹਨੇ ਸਿਰਫ ਫੁੱਲਾਂ ਦੀ ਸਜਾਵਟ ਹੈ, ਤੇ ਨਾਲ ਉਹਨਾਂ ਨੇ ਲਿਖਿਆ ਜੀ ਵੀ ਬੰਬੇ ਦੇ ਇੱਕ ਸਿੰਘਾਂ ਨੇ ਕੀਤੀ ਹੈ। ਤੇ ਆਪਾਂ ਨੂੰ ਦੱਸ ਸਕਦੇ ਹਾਂ ਵੀ ਠੀਕ ਹੈ, ਤੁਹਾਡੀ ਮਤਲਬ ਵੀ ਭੇਟਾ ਮੁਬਾਰਕ ਹੈ, ਪਰ ਆਓ ਇਹਨਾਂ ਨੂੰ ਬਜਾਏ ਫੁੱਲਾਂ ਤੇ ਖਰਚਣ ਦੇ ਇਹ ਆਪਾਂ ਇਹਨਾਂ ਨੂੰ ਕਿਉਂ ਨਾ ਕਿਸੇ 15 ਲੱਖ ਦੇ ਨਾਲ, ਤੁਸੀਂ ਦੇਖੋ ਮੇਰੇ ਖਿਆਲ ਆ ਵੀ 15 ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਦੀ 1 ਸਾਲ ਦੀ ਪੜ੍ਹਾਈ ਬੜੀ ਵਧੀਆ ਹੋ ਸਕਦੀ ਅੱਛੇ ਤਰੀਕੇ ਦੇ ਨਾਲ, ਉਧਰ ਕਿਉਂ ਨਾ ਖਰਚੀ ਜਾਏ ਜਿਹਦੇ ਨਾਲ ਕੌਮ ਦੀ ਉਸਾਰੀ ਹੋਵੇ। ਇਹ ਤਾਂ ਦੇਖੋ ਸਾਡੀ ਜਿਹੜੀ ਕੇਂਦਰੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ। ਜੇ ਮੈਂ ਗਲਤ ਨਹੀਂ ਤੇ ਮੈਨੂੰ ਲੱਗਦਾ ਕਿ ਅੱਜ ਤੋਂ ਕੁਝ ਸਮਾਂ ਪਹਿਲੇ ਸਾਲ 'ਚ ਸਿਰਫ 2 ਵਾਰੀ ਆਤਿਸ਼ਬਾਜ਼ੀ ਜਿਹੜੀ ਉੱਥੇ ਕੀਤੀ ਜਾਂਦੀ ਸੀਗੀ, ਦੀਵਾਲੀ ਤੇ ਔਰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ। ਪਰ ਹੁਣ ਤਾਂ ਤੁਸੀਂ ਦੇਖੋ ਵੀ ਕਈਆਂ ਗੁਰਪੁਰਬਾਂ ਤੇ ਕੀਤੀ ਜਾਂਦੀ ਹੈ ਔਰ ਇਹ ਕੰਮ ਵੱਧ ਰਿਹਾ। ਤੋ ਇਹ ਜਿਹੜੇ ਹੁਣ ਜਿਵੇਂ ਫੁੱਲ ਨੇ, ਅਗਰ 15 ਲੱਖ ਜਾਂ 20 ਲੱਖ ਤੇ ਫੁੱਲ ਲਾਣੇ ਨੇ ਤਾਂ ਉਹ ਇੱਕੋ ਦਿਨ 'ਚ ਉਹਨਾਂ ਨੇ ਮਿਸਮ ਜਾਣਾ ਔਰ ਉਹਨਾਂ ਦੇ ਕਿਸੇ ਕੰਮ ਨਹੀਂ ਆਉਣਾ। ਤੋ ਇਸ ਕਰਕੇ ਠੀਕ ਹੈ ਕਿ ਅਸੀਂ ਕਈ ਇਹ ਕਹਿੰਦੇ ਨੇ ਜੀ ਆਪਾਂ ਕਿਉਂ ਨਾ ਸ਼ੌਂਕ ਲਾਈਏ, ਗੁਰੂ ਦੇ ਸ਼ੌਂਕ ਲਾਓ। ਪਰ ਗੱਲ ਇਹ ਆ ਵੀ ਅਸਲ ਸ਼ੌਂਕ ਤਾਂ ਗੁਰੂ ਤਾਂ ਖੁਸ਼ ਹੋਏਗਾ ਜਿਸ ਵੇਲੇ ਅਸੀਂ ਗੁਰੂ ਦੀ ਸਿੱਖਿਆ ਨੂੰ ਅਪਣਾ ਕੇ ਤੇ ਉਹਦੇ ਤੇ ਚੱਲਾਂਗੇ, ਫਿਰ ਗੁਰੂ ਦੀ ਖੁਸ਼ੀ ਸਾਨੂੰ ਜ਼ਿਆਦਾ ਮਿਲੇਗੀ। ਤੋ ਧੰਨਵਾਦ। ਤੋ ਆਓ ਸਾਧ ਸੰਗਤ ਜੀ, ਇੱਕ ਹੋਰ ਸਵਾਲ ਆਇਆ ਹੈ ਕਿ ਜਿਸ 'ਚ ਉਹਨਾਂ ਲਿਖਿਆ ਵੀ ਕਈ ਸੱਜਣ ਜਿਹੜੇ ਨੇ ਉਹਨਾਂ ਨੇ ਧਾਗੇ ਨਾਲ, ਮੋਟੇ ਧਾਗੇ ਨਾਲ ਪਰੋ ਕੇ 2 ਇੰਚ ਦੀ ਕਿਰਪਾਨ ਜਿਹੜੀ ਹੈ ਉਹ ਪਾਈ ਹੁੰਦੀ ਹੈ। ਤੇ ਆਇਆ ਇਹ ਕੋਈ ਮਤਲਬ ਹੈ ਵੀ ਉਹਦੇ ਤੇ ਕੋਈ ਉਹ ਸਿਰਫ ਉਹਦਾ ਬਲੇਡ ਹੀ ਹੁੰਦਾ 2 ਇੰਚ ਦਾ, ਕੋਈ ਉਹ ਕਿਰਪਾਨ ਵਾਲੀ ਮਤਲਬ ਉਹਦੀ ਸਿਰਫ ਆਪਾਂ ਉਹਨੂੰ ਕਹਿ ਸਕਦੇ ਹਾਂ ਵੀ ਕਿਰਪਾਨ ਦਾ ਜਿਵੇਂ ਮਾਡਲ ਹੋਵੇ ਉਹ ਤੇ ਹੁੰਦਾ ਵੀ ਆਇਆ ਕਿਆ ਉਹ ਕਕਾਰ ਗਿਣਿਆ ਜਾ ਸਕਦਾ ਜਿਹੜੀ 2 ਇੰਚ ਦੀ ਕਿਰਪਾਨ ਹੈ ਔਰ ਧਾਗੇ ਨਾਲ ਬੱਧੀ। ਤੋ ਇਹਦੇ ਲਈ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਕਿ ਸਾਡੀ ਜੋ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਵੱਖ-ਵੱਖ ਜਿਹੜੇ ਕਾਰਜ ਨੇ ਉਹ ਸਿੱਖ ਨੇ ਕਿਵੇਂ ਕਰਨੇ ਨੇ, ਜਿਵੇਂ ਜਨਮ ਸੰਸਕਾਰ ਹੈ, ਆਨੰਦ ਸੰਸਕਾਰ ਹੈ, ਮ੍ਰਿਤਕ ਸੰਸਕਾਰ ਹੈ, ਉਹਦੇ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਹੈ ਉਹ ਵੀ ਉਹਨਾਂ ਨੇ ਪੂਰੀ ਡਿਟੇਲ ਜਿਹੜੀ ਦਿੱਤੀ ਹੈ। ਕਿਉਂਕਿ ਪੰਥ ਪ੍ਰਵਾਨ ਰਹਿਤ ਮਰਿਆਦਾ ਸਾਡੀ ਜਿਹੜੀ ਹੈ ਕੰਸਟੀਟਿਊਸ਼ਨ ਆਫ ਸਿੱਖਸ ਹੈ ਤੇ ਅਸੀਂ ਹਰ ਕੰਮ ਜਿਹੜਾ ਇਹਨੂੰ ਦੇਖ ਕੇ ਕਰਨਾ। ਜੇਕਰ ਸਾਰੇ ਕੰਮ ਮਰਿਆਦਾ ਅਨੁਸਾਰ ਕਰਾਂਗੇ ਤੇ ਸਾਡੀ ਕੌਮ ਜਿਹੜੀ ਇਕਜੁੱਟ ਰਹੇਗੀ। ਮੈਂ ਪਿੱਛੇ ਵੀ ਕੋਈ ਬੇਨਤੀ ਕੀਤੀ ਸੀ ਕਿ ਕੌਮ ਵਿੱਚ ਇੱਕ ਸੁਰਤਾ ਦੀ ਤੇ ਇੱਕ ਸਾਰਤਾ ਦੀ ਬੜੀ ਲੋੜ ਹੈ। ਇਸ ਵੇਲੇ ਕੌਮ ਵਿੱਚ ਸਭ ਕੁਝ ਹੈ, ਨੌਲੇਜ ਵੀ ਹੈ, ਪੈਸਾ ਵੀ ਹੈ, ਉਦਮ ਵੀ ਹੈ, ਪਰ ਇੱਕ ਸੁਰਤਾ ਤੇ ਇੱਕ ਸਾਰਤਾ ਨਾ ਹੋਣ ਕਰਕੇ ਸਾਨੂੰ ਥੋੜੀ ਸਮੱਸਿਆ ਆ ਰਹੀ ਹੈ। ਤਾਂ ਮੈਂ ਇਸ ਕਰਕੇ ਬਜਾਏ ਆਪਣੇ ਕੋਲੋਂ ਕੁਝ ਕਹਿਣ ਦੇ ਕਿ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹਦਾ ਜਿਹੜਾ ਅੰਮ੍ਰਿਤ ਸੰਸਕਾਰ ਦਾ ਚੈਪਟਰ ਨੰਬਰ 2 ਹੈ, ਉਹਦੇ ਮੱਧ ਹੈਗੀ ਸੱਸਾ ਮੱਧ ਵਿੱਚ ਲਿਖਿਆ ਹਰ ਦੇਸ਼, ਹਰ ਮਜ਼ਹਬ ਤੇ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ। ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸ ਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ। ਅਗਲਾ, ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ, ਅੰਮ੍ਰਿਤ ਛਕਣ ਵੇਲੇ ਹਰੇਕ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਹਰ ਇੱਕ ਨੇ 5 ਕਕਾਰ, ਹੁਣ ਉਹਨਾਂ ਦੀ ਡਿਟੇਲ ਦਿੱਤੀ ਹੈ, ਕੇਸ, ਕਿਰਪਾਨ, ਗਾਤਰੇ ਵਾਲੀ। ਕੋਈ ਜਿਹੜਾ ਸਾਡਾ ਸਵਾਲ ਹੈ ਵੀ 2 ਇੰਚ ਦੀ ਕਿਰਪਾਨ, ਇੱਥੇ ਬੜਾ ਸਪਸ਼ਟ ਲਿਖਿਆ ਵੀ ਕਿਰਪਾਨ ਗਾਤਰੇ ਵਾਲੀ, ਕਿਰਪਾਨ ਗਾਤਰੇ ਵਾਲੀ, ਕਛਹਿਰਾ, ਕੰਘਾ ਤੇ ਕੜਾ ਇਹਦਾ ਧਾਰਨੀ ਹੋਵੇ ਤੇ ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਛੇਤਕ ਗਹਿਣੇ ਕੋਈ ਨਾ ਹੋਣ। ਇਹ ਮਤਲਬ ਜਿਹੜੀਆਂ ਜ਼ਰੂਰੀਆਤ ਨੇ ਇਹ ਸਾਡੀ ਮਰਿਆਦਾ ਦੇ ਵਿੱਚ ਪਹਿਲੇ ਲਿਖੀਆਂ ਹੋਈਆਂ ਨੇ ਤੇ ਬੜਾ ਸਪਸ਼ਟ ਲਿਖਿਆ ਹੈ ਕਿ ਗਾਤਰੇ ਵਾਲੀ ਕਿਰਪਾਨ ਚਾਹੀਦੀ ਹੈ। ਇਸ ਕਰਕੇ ਧਾਗੇ ਨਾਲ ਬੰਨ੍ਹ ਕੇ ਜਿਹੜੀ ਉਹ ਕੇਵਲ ਕਿਰਪਾਨ ਦਾ 2 ਇੰਚ ਦਾ ਬਲੇਡ ਹੈ ਉਹ ਪ੍ਰਵਾਨਿਤ ਨਹੀਂ ਹੈ। ਪਰ ਦੇਖਣ 'ਚ ਆਇਆ ਕਿ ਕੁਝ ਕਿਉਂਕਿ ਡੇਰਾਦਾਰਾਂ ਦਾ ਬਹੁਤ ਪ੍ਰਭਾਵ ਹੈ ਸਾਡੀ ਕੌਮ ਤੇ, ਅਸੀਂ ਉਹਨਾਂ ਗੁਰਬਾਣੀ ਦਾ ਗੱਲ ਮੰਨਣ ਨੂੰ ਰਾਜ਼ੀ ਨਹੀਂ ਜਿੰਨੀ ਅਸੀਂ 100 ਕਾਲ ਬਾਬਿਆਂ ਦੀ ਗੱਲ ਮੰਨਣ ਨੂੰ ਰਾਜ਼ੀ ਹਾਂ ਤੇ ਉਹਦਾ ਇਫੈਕਟ ਜ਼ਿਆਦਾ ਹੁੰਦਾ।
ਲੋਕਾਂ ਦੇ, ਕਿਉਂਕਿ ਕੋਈ ਸਾਈਕੋਲੋਜੀਕਲ ਜਾਂ ਕੋਈ ਐਸਾ ਐਟਮੋਸਫੀਅਰ ਕ੍ਰੀਏਟ ਹੋ ਗਿਆ ਪਿਛਲੇ ਕਾਫੀ ਸਮੇਂ ਤੋਂ ਵੀ ਅਸੀਂ ਗੁਰਬਾਣੀ ਨਾਲੋਂ ਜ਼ਿਆਦਾ ਸੁਣੀ ਸੁਣਾਈ ਗੱਲ ਤੇ ਜ਼ਿਆਦਾ ਜ਼ੋਰ ਦਿੰਦੇ। ਤਾਂ ਕੁਝ ਸਿੱਖ ਡੇਰਿਆਂ ਵੱਲੋਂ ਇਹ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਠੀਕ ਹੈ, ਇਹ ਵੀ ਪ੍ਰਮਾਣਿਤ ਹੈ ਜੀ ਵੀ ਇਹ 2 ਇੰਚ ਦੀ ਕਿਰਪਾਨ ਜਿਹੜੀ ਹੈ ਧਾਗੇ ਨਾਲ ਉਹਨੂੰ ਪਰੋ ਔਰ ਆਪਣੇ ਗਲ ਵਿੱਚ ਪਾ ਲਓ। ਜੇ ਸਾਡੀ ਮਰਿਆਦਾ ਅਲਾਉਡ ਨਹੀਂ ਕਰ ਰਹੀ ਤਾਂ ਇਹਦਾ ਮਤਲਬ ਉਹ ਗਲਤ ਹੈ। ਤਾਂ ਜਿਨ੍ਹਾਂ ਦਾ ਇਹ ਸਵਾਲ ਆਇਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਕਿਰਪਾ ਕਰਕੇ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹਦੇ ਵਿੱਚ ਪੜ੍ਹ ਲੈਣ। ਮੈਂ ਉਹਦੇ ਵਿੱਚੋਂ ਹੀ ਪੜ੍ਹ ਕੇ ਤੁਹਾਨੂੰ ਆਪ ਜੀ ਨੂੰ ਗੱਲਾਂ ਦੱਸੀਆਂ ਨੇ ਤੇ ਇਹ ਬੜੀਆਂ ਜ਼ਰੂਰੀ ਨੇ। ਉਹਦੇ ਚ ਨਾਲ ਹੀ ਇੱਕ ਗੱਲ ਹੋਰ ਲਿਖੀ ਸੀ ਬਈ ਛੇਦਕ ਗਹਿਣੇ ਨਹੀਂ ਪਾਉਣੇ। ਇਹ ਸਾਡੀਆਂ ਭੈਣਾਂ ਮਾਤਾਵਾਂ ਲਈ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਬੜੇ ਅਦਬ ਦੇ ਨਾਲ ਬਈ ਇਹ ਮਰਿਆਦਾ ਜਿਹੜੀ ਹੈ ਇਹ ਸਭ ਲਈ ਹੈ। ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹਨੂੰ ਇਸ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਵੀ ਮੰਨਣ ਦਾ ਹੁਕਮ ਹੈ। ਤਾਂ ਇਸ ਕਰਕੇ ਜੇ ਛੇਦਕ ਗਹਿਣੇ ਨਹੀਂ ਪਾਉਣੇ, ਮੈਂ ਦੇਖਣ ਚ ਆਮ ਤੌਰ ਤੇ ਆਇਆ ਸਾਧ ਸੰਗਤ ਜੀ ਕਿ ਅਸਾਂ ਘਰਾਂ ਵਿੱਚ ਕੀ ਹੁੰਦਾ ਵੀ ਜਿਸ ਵੇਲੇ ਅੰਮ੍ਰਿਤ ਸੰਚਾਰ ਹੁੰਦਾ ਹੈ, ਅੰਮ੍ਰਿਤ ਛਕਣ ਜਾਂਦੇ ਨੇ, ਉਸ ਵੇਲੇ ਤਾਂ ਉਹ ਗਹਿਣੇ ਲਾ ਦਿੰਦੇ ਨੇ ਪਰੰਤੂ ਆ ਕੇ ਫੇਰ ਪਹਿਨ ਲੈਂਦੇ ਨੇ। ਇਹਦਾ ਮਤਲਬ ਇਹ ਹੈ ਕਿ ਅਸੀਂ ਉੱਥੇ ਦਿਖਾਇਆ ਕੁਝ ਹੋਰ ਹੈ ਪਰ ਸਾਡੇ ਮਨ ਵਿੱਚ ਕੁਝ ਹੋਰ ਹੈ। ਉਸ ਵੇਲੇ ਕਿਉਂਕਿ ਮਜਬੂਰੀ ਸੀ, ਕਿਉਂਕਿ ਪੰਜਾਂ ਪਿਆਰਿਆਂ ਨੇ ਉੱਦਾਂ ਅੰਮ੍ਰਿਤ ਨਹੀਂ ਸੀ ਛਕਾਉਣਾ ਤੇ ਉਸ ਵੇਲੇ ਆਪਾਂ ਲਾ ਦਿੱਤੇ। ਵੈਸੇ ਤਾਂ ਕੋਈ ਮਤਲਬ ਹੈ ਵੀ ਇਹ ਗਹਿਣੇ ਗੁਣੇ ਪਾਣੇ ਚਾਹੇ ਮਰਦ ਹੋਣ ਜਾਂ ਇਸਤਰੀਆਂ ਹੋਣ, ਬਹੁਤੀਆਂ ਮਤਲਬ ਮੈਨੂੰ ਤੇ ਲੱਗਦਾ ਵਿਖਾਵਾ ਹੀ ਹੈ। ਹੋ ਸਕਦਾ ਮੈਂ ਗਲਤ ਹੋਵਾਂ ਜਾਂ ਕਿਉਂਕਿ ਮੈਨੂੰ ਪਾਉਣ ਦੀ ਆਦਤ ਨਹੀਂ ਹੈ ਤੇ ਹੋ ਸਕਦਾ, ਪਰ ਮੈਨੂੰ ਲੱਗਦਾ ਵੀ ਜਿਵੇਂ ਵਿਖਾਵਾ ਜ਼ਿਆਦਾ ਵੀ ਹਾਂ ਸਾਡੇ ਕੋਲ ਇਹ ਸੋਨਾ ਹੈ, ਅਸੀਂ ਉਂਗਲੀਆਂ 'ਚ ਵੀ ਪਾਇਆ, ਅਸੀਂ ਕੜਾ ਵੀ ਸੋਨੇ ਦਾ ਪਾਇਆ, ਗਲ 'ਚ ਵੀ ਅਸੀਂ ਸੋਨੇ ਦਾ ਰੱਸਾ ਪਾਇਆ। ਪਰ ਮੇਰਾ ਮਤਲਬ ਹੈ ਵੀ ਇਹ ਇੱਕ ਰਿਵਾਜ ਜਿਹਾ ਹੈਗਾ। ਪਰ ਮੈਂ ਖਾਸ ਕਰਕੇ ਆਪਣੀਆਂ ਮਾਤਾਵਾਂ ਭੈਣਾਂ ਬੱਚੀਆਂ ਨੂੰ ਬੇਨਤੀ ਕਰਾਂਗਾ ਬਈ ਜੋ ਆਪਾਂ ਅੰਮ੍ਰਿਤ ਛਕਣ ਲੱਗੇ ਗੁਰੂ ਸਾਹਮਣੇ ਪੇਸ਼ ਹੋਏ ਔਰ ਪ੍ਰਣ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਿ ਇਹ ਚੀਜ਼ਾਂ ਸਾਨੂੰ ਮਨਜ਼ੂਰ ਨੇ ਤੇ ਉਹ ਸਾਨੂੰ ਮਨਜ਼ੂਰ ਕਰਨ ਦਾ ਮਤਲਬ ਇਹੀ ਹੈ ਕਿ ਅਸੀਂ ਉਹਨਾਂ ਨੂੰ ਇਨ ਬਿਨ ਆਪਣੇ ਜੀਵਨ ਤੇ ਲਾਗੂ ਕਰੀਏ। ਔਰ ਜਿਹੜੀਆਂ ਮੇਰੀਆਂ ਭੈਣਾਂ ਮਾਤਾਵਾਂ ਨੇ ਇਸ ਤੇ ਪਹਿਰਾ ਦਿੱਤਾ ਉਹ ਵੀ ਬੜੀਆਂ ਮਿਲਦੀਆਂ ਨੇ, ਇਹ ਕਿ ਨਹੀਂ ਘਾਟਾ ਨਹੀਂ, ਬੜੀਆਂ ਨੇ। ਉਹਨਾਂ ਨੂੰ ਕਦੀ ਕੋਈ ਕਿਸੇ ਕਿਸਮ ਦਾ ਨਹੀਂ ਆਇਆ। ਇਸ ਕਰਕੇ ਮਨ ਵਿੱਚ ਕੋਈ ਇਹੋ ਜਿਹੀ ਅਸੀਂ ਇਹ ਵੀਕਨੈਸ ਨਾ ਲਿਆਈਏ ਕਿ ਲਓ ਜੀ ਗਹਿਣਾ ਪਾਇਆ ਹੋਵੇ ਤਾਂ ਹੀ ਸਾਡੀ ਟੌਰ ਲੱਗਦੀ ਹੈ ਜਾਂ ਸਮਾਜ ਵਿੱਚ ਸਾਨੂੰ ਕੋਈ ਰੈਕੋਗਨੀਸ਼ਨ ਮਿਲਦੀ ਹੈ। ਮੇਰਾ ਘੱਟੋ ਘੱਟ ਆਪਣਾ ਪਰਸਨਲ ਤਜਰਬਾ ਹੈ ਕਿ ਮੈਨੂੰ ਇਹ ਚੀਜ਼ਾਂ ਬਹੁਤੀਆਂ ਸ਼ੁਰੂ ਤੋਂ ਵਧੀਆ ਨਹੀਂ ਲੱਗਦੀਆਂ ਜਾਂ ਪਤਾ ਨਹੀਂ ਹੈ ਨਹੀਂ ਸਨ, ਇਸ ਕਰਕੇ ਮਜਬੂਰੀ ਸੀ। ਮਜਬੂਰੀ ਦਾ ਨਾਮ ਤੁਹਾਨੂੰ ਪਤਾ ਹੀ ਹੈ। ਪਰ ਕੁਝ ਵੀ ਹੋਵੇ ਇਹ ਮਤਲਬ ਹੈ ਕਿ ਸਾਨੂੰ ਜਿੱਥੇ ਗਰੀਬੀ ਗਦਾ ਮਾਰੀ ਹੈ ਨਿਮਰਤਾ 'ਚ ਰਹਿਣਾ ਸਿਖਾਇਆ, ਸ਼ੋਅ ਆਫ 'ਚ ਨਹੀਂ ਸਿਖਾਇਆ। ਸਤਿਗੁਰੂ ਕਿਰਪਾ ਕਰੇ ਅਸੀਂ ਪ੍ਰੈਕਟੀਕਲ ਜੀਵਨ ਜੀਵੀਏ ਜੋ ਸਾਡੀ ਗੁਰਬਾਣੀ ਕਹਿੰਦੀ ਹੈ, ਜੋ ਸਾਡੀ ਮਰਿਆਦਾ ਕਹਿੰਦੀ ਹੈ, ਜੋ ਗੁਰਮੁਖਾਂ ਦੇ ਜੀਵਨ ਤੋਂ ਅਸੀਂ ਸਹੀ ਸਹਿਜ ਲੱਭੀ ਹੈ ਜਾਂ ਲੱਭਦੀ ਹੈ ਉਸ ਦੇ ਚਾਨਣ ਵਿੱਚ ਚੱਲੀਏ, ਨਾ ਕਿ ਆਲੇ ਦੁਆਲੇ ਦੇ ਚਾਨਣ ਤੇ ਆਪਾਂ ਇਤਬਾਰ ਰੱਖੀਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਗਿਆਨ ਦੀ ਦ੍ਰਿਸ਼ਟੀ ਦਿੱਤੀ ਹੈ, ਗਿਆਨ ਦੀਆਂ ਅੱਖਾਂ ਦਿੱਤੀਆਂ ਨੇ। ਇਸ ਕਰਕੇ ਆਪਣੀ ਲੋਹ ਵਿੱਚ ਚੱਲੀਏ, ਗਵਾਂਢੀ ਦੀ ਲੋਹ ਵਿੱਚ ਨਾ ਚੱਲੀਏ। ਤੋ ਮੇਰੀ ਇਹ ਬੇਨਤੀ ਹੈ, ਉਮੀਦ ਹੈ ਆਪ ਪ੍ਰਵਾਨ ਕਰੋਗੇ। ਪਰ ਫਿਰ ਵੀ ਇਹ ਗੱਲਾਂ ਕੁਝ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਆਮ ਤੌਰ ਤੇ ਹਜ਼ਮ ਜਲਦੀ ਨਹੀਂ ਹੁੰਦੀਆਂ। ਇਸ ਕਰਕੇ ਮੈਂ ਪਹਿਲਾਂ ਹੀ ਹੱਥ ਜੋੜ ਕੇ ਆਪਾਂ ਮਾਫੀ ਮੰਗਦੇ ਹਾਂ ਕਿ ਜੇਕਰ ਕਿਸੇ ਨੂੰ ਮੇਰੀ ਗੱਲ ਭੈੜੀ ਲੱਗੀ ਹੋਵੇ ਉਹ ਮੈਨੂੰ ਕਿਰਪਾ ਕਰਕੇ ਖਿਮਾ ਕਰ ਦੇਣ। ਤੋ ਸਾਧ ਸੰਗਤ ਜੀ ਸਮਾਂ ਹੋ ਗਿਆ, ਤੋ ਜਿਹੜੇ ਸਵਾਲ ਹੋ ਗਏ ਨੇ ਉਹ ਬਾਕੀ ਜਿਹੜੇ 2 ਸਵਾਲ ਰਹਿ ਗਏ ਨੇ ਉਹ ਹਰ ਵਾਰੀ ਅੱਗੇ ਰਹਿ ਜਾਂਦੇ ਨੇ ਕਿਉਂਕਿ ਫਿਰ ਸਮਾਂ ਉਹਨਾਂ ਹੁੰਦਾ ਤੇ ਆਪਾਂ ਉਹਨੂੰ ਕੈਰੀ ਫਾਰਵਰਡ ਕਰ ਲੈਂਦੇ ਹਾਂ। ਕੋਸ਼ਿਸ਼ ਹੁੰਦੀ ਵੀ ਹਰ ਇੱਕ ਸਵਾਲ ਜਿਹੜਾ ਅਟੈਂਡ ਜ਼ਰੂਰ ਹੋਵੇ। ਲੇਟ ਹੋ ਸਕਦਾ ਪਰ ਅਟੈਂਡ ਜ਼ਰੂਰ ਹੋਣਾ ਚਾਹੀਦਾ। ਤੋ ਬਾਕੀ ਜਿਹੜੇ ਨੇ ਅਗਲੇ ਹਫਤੇ ਕਰਾਂਗੇ। ਅੱਜ ਦੇ ਇਸ ਸਵਾਲ ਜਵਾਬ ਸੈਸ਼ਨ ਵਿੱਚ ਸਾਰੀਆਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਫੇਰ ਬੇਨਤੀ ਕਰਾਂਗਾ ਜੋ ਹੀ ਮਨ 'ਚ ਕੋਈ ਗੱਲ ਆਵੇ ਕਿਰਪਾ ਕਰਕੇ ਕਿਸੇ ਵੀ ਪੈਨਲ ਮੈਂਬਰ ਨੂੰ ਜਾਂ ਇੱਥੇ ਗਰੁੱਪ ਚੈਟ ਵਿੱਚ ਆਪ ਜੀ ਉਹ ਸਵਾਲ ਪਾ ਦਿਆ ਕਰੋ। ਸਵਾਲ ਹੀ ਨਹੀਂ, ਅਗਰ ਆਪ ਦਾ ਕੋਈ ਸੁਝਾਅ ਵੀ ਹੋਵੇ ਤਾਂ ਉਹ ਵੀ ਪਾ ਦਿਆ ਕਰੋ। ਕਈ ਐਸੇ ਸੁਝਾਅ ਨੇ ਜਿਹੜੇ ਪਰਸਨਲ ਤੌਰ ਤੇ ਉੱਤਰ ਦੇਣੇ ਹੁੰਦੇ ਨੇ ਤੇ ਕੋਸ਼ਿਸ਼ ਕਰੀ ਜਾਏ ਵੀ ਅਸੀਂ ਪਰਸਨਲ ਤੌਰ ਤੇ ਉਹਨੂੰ WhatsApp ਤੇ ਜਾਂ ਈਮੇਲ ਤੇ ਉੱਤਰ ਦੇ ਦਈਏ। ਜਿਹੜੇ ਸੰਗਤੀ ਰੂਪ ਡਿਸਕਸ ਕਰਨ ਵਾਲੇ ਹੁੰਦੇ ਨੇ ਉਹ ਅਸੀਂ ਤੁਹਾਡੇ ਸਾਹਮਣੇ ਬੈਠ ਕੇ ਡਿਸਕਸ ਕਰਦੇ ਹਾਂ। ਡਿਸਕਸ ਕਰਦੇ ਹਾਂ ਜਿਹੜੀ ਗੱਲ ਆਪ ਜੀ ਨੂੰ ਕੋਈ ਹੋਰ ਲੱਗੇ ਗਰੁੱਪ ਚੈਟ ਵਿੱਚ, ਜਿਸ ਤਰ੍ਹਾਂ ਕੁਝ ਇੱਕ ਸਾਨੂੰ ਸੁਜੈਸ਼ਨਸ ਆਈਆਂ ਨੇ ਉਹ ਵੀ ਬੜੀਆਂ ਕੀਮਤੀ ਸੁਜੈਸ਼ਨ ਨੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਜਿਵੇਂ ਹੁਣੇ ਗੱਲ ਆਈ ਸੀ ਕਿ ਇੰਨੇ ਫੁੱਲਾਂ ਤੇ ਪੈਸੇ ਕਿਉਂ ਵੇਸਟ ਕਰਦੇ ਆ, ਉਹ ਜਿਨ੍ਹਾਂ ਨੇ ਲਿਖਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਕੁਝ ਇੱਕ ਹੋਰ ਹੈ ਕਿ restoration of our historic buildings not by covering it with sangmarmar and gold but by preserving the historical building and the books। ਬਿਲਕੁਲ ਬਹੁਤ ਵਧੀਆ ਗੱਲ ਹੈ ਜੀ, ਜਿਹੜੀ ਵੀ ਜਿਨ੍ਹਾਂ ਨੇ ਵੀ ਪਾਈ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸਾਧ ਸੰਗਤ ਜੀ ਇਹ
ਕੋਈ ਕਮਲ ਕਰਕੇ ਆਈਡੀ ਆ ਰਹੀ ਹੈ, ਉਹਨਾਂ ਨੇ ਪਾਇਆ ਕਿ ਜਿਹੜੀਆਂ ਇਮਾਰਤਾਂ ਨੇ ਜਿਸ ਵੇਲੇ ਸੰਗਮਰਮਰ ਲਾਉਂਦੇ ਆ, ਅਸੀਂ ਉਹਨਾਂ ਦੀ ਹਿਸਟੋਰਿਕ ਵੈਲਿਊ ਖਤਮ ਕਰ ਰਹੇ ਹਾਂ, ਹਿਸਟੋਰਿਕ ਦਿਸ ਖਤਮ ਕਰ ਰਹੇ ਹਾਂ। ਔਰ ਸਾਡੇ ਨਾਲ ਹੋਇਆ ਇਹੀ ਹੈ, ਅੱਜ ਸਾਡੀਆਂ ਆਲਮੋਸਟ ਸਾਰੀਆਂ ਜਿਹੜੀਆਂ ਇਤਿਹਾਸਕ ਜਿਹੜੇ ਸਾਡੀਆਂ ਬਿਲਡਿੰਗ ਨੇ, ਉਹਨਾਂ ਦਾ ਉਹ ਇਤਿਹਾਸ ਪ੍ਰੀਜ਼ਰਵ ਕਰਕੇ ਰੱਖਣਾ ਚਾਹੀਦਾ ਸੀ, ਪਰੰਤੂ ਉਹਨਾਂ ਨੂੰ ਰੈਸਟੋਰੇਸ਼ਨ ਦੇ ਨਾਂ ਥੱਲੇ ਸੰਗਮਰਮਰ ਲਾ ਕੇ ਸਾਡਾ ਇਤਿਹਾਸ ਸੀ ਜਿਹੜਾ ਉਹ ਖਤਮ ਹੋ ਗਿਆ। ਹੁਣ ਅਸੀਂ ਜਾਣਦੇ ਹਾਂ ਸਵਾਏ ਸੰਗਮਰਮਰ ਦੇ ਸਾਨੂੰ ਕੁਝ ਲੱਭਦਾ ਹੀ ਨਹੀਂ। ਜਦ ਕਿ ਤੁਸੀਂ ਦੇਖੋ ਕਿ ਮੈਂ ਇੱਥੇ ਦੇਖਦਾ ਸਾਡੇ ਇੱਥੇ ਨਾਰਥ ਅਮਰੀਕਾ ਦੇ ਵਿੱਚ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ, ਭਾਵੇਂ ਆਮ ਮਕਾਨ ਨੇ, ਇਹ ਸਾਡੇ ਤੇ ਚਲੋ ਸਾਡੇ ਇਤਿਹਾਸ ਨਾਲ ਸੰਬੰਧਿਤ ਨੇ ਨਾ, ਜਿਹੜੇ ਆਮ ਮਕਾਨ ਨੇ ਉਹਨਾਂ ਨੂੰ ਵੀ ਉਹ ਕਹਿੰਦੇ ਨੇ ਜੀ ਇਹ ਹੈਰੀਟੇਜ ਬਿਲਡਿੰਗ ਹੈ, ਤੁਸੀਂ ਉਹ ਬਿਲਡਿੰਗ ਖਰੀਦ ਸਕਦੇ ਹੋ, ਉਹਨੂੰ ਵਰਤ ਸਕਦੇ ਹੋ, ਪਰੰਤੂ ਉਸ ਬਿਲਡਿੰਗ ਨੂੰ ਤੁਸੀਂ ਛੇੜ ਨਹੀਂ ਸਕਦੇ, ਉਹਦਾ ਕੋਈ ਜਿਹੜਾ ਸਟਰਕਚਰ ਚੇਂਜ ਨਹੀਂ ਕਰ ਸਕਦੇ। ਮੈਂ ਗੱਲ ਕਰ ਰਿਹਾ ਜਿਹੜੇ ਆਮ ਮਕਾਨਾਂ ਦੀ, ਕਿਉਂਕਿ ਜਿਹੜੇ ਪੁਰਾਣੇ ਮਕਾਨ ਜਾਂ ਪੁਰਾਣੀਆਂ ਬਿਲਡਿੰਗਾਂ ਨੇ ਜਾਂ ਸ਼ਾਪਸ ਨੇ, ਉਹ ਉਹਨਾਂ ਨੂੰ ਨਾ ਹੀ ਉਹਨਾਂ ਨੇ ਹੈਰੀਟੇਜ ਦੇ ਦਿੱਤਾ ਹੈ, ਤੁਸੀਂ ਖਰੀਦ ਸਕਦੇ ਹੋ, ਵਰਤ ਸਕਦੇ ਹੋ, ਬਟ ਯੂ ਕਾਂਟ ਆਲਟਰ। ਤੇ ਪਰ ਅਸੀਂ ਦੇਖੋ ਸਾਡੀ ਤਰਾਸਦੀ ਇਹ ਹੈ ਕਿ ਸਾਨੂੰ ਹੁਣ ਜਿੱਥੇ ਮਰਜ਼ੀ ਜਾਓ, ਜਿਹੜੇ ਮਰਜ਼ੀ ਇਤਿਹਾਸਕ ਗੁਰਦੁਆਰੇ ਚਲੇ ਜਾਓ, ਸਾਨੂੰ ਪਤਾ ਨਹੀਂ ਲੱਗਦਾ ਵੀ ਉਸ ਵੇਲੇ ਦਾ ਇਤਿਹਾਸ ਕੀ ਸੀ। ਤੋ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਜਿਹੜੀਆਂ ਕੋਈ ਬਿਲਡਿੰਗਾਂ ਬੱਚੀਆਂ ਨੇ, ਕਿਰਪਾ ਕਰਕੇ ਹੁਣੀ ਜਾਗਰੂਕ ਹੋ ਜਾਈਏ ਤੇ ਉਹਨਾਂ ਨੂੰ ਸਾਨੂੰ ਕਹਿਣਾ ਚਾਹੀਦਾ ਕਿ ਇਹਨਾਂ ਦੀ ਜਿਹੜੀ ਹਿਸਟੋਰਿਕ ਵੈਲਿਊ ਹੈ ਉਹਨੂੰ ਖਤਮ ਨਾ ਕੀਤਾ ਜਾਏ। ਤੋ ਸਮਾਂ ਵੀ 2 ਮਿੰਟ ਉੱਪਰ ਹੋ ਗਿਆ, ਮੈਂ ਆਪ ਪਾਸੋਂ ਖਿਮਾ ਮੰਗਦਾ। ਤੋ ਇੱਕ ਵਾਰੀ ਫਿਰ ਬੇਨਤੀ ਕਰਾਂਗੇ, ਆਓ ਰਲ ਕੇ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ